हम मैले तुम उजल करते, हम निर्गुण तू दाता। हम मैले तुम उजल करते, हम निर्गुण तू दाता। हम मूर्ख तुम चतुर सयाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देशा, हम अवगुण परे एक गुण नाहि। अमृत छाड़ बिखै बिख खाई, माया मोह परम पै भूले। सुत दारा स्यों प्रीत लगाई, इक उत्तम पंथ सुनियो गुर संगत। तेह मिलंत जम त्रास मिटाई, इक अरदास पाठ कीरत की। गुर रामदास राखो शरणाई, गुर रामदास राखो शरणाई। सजन सच्चा पातशाह, सिर शाहां दे शाहो। जिस पास बैठिया सोहीए, सबनां दा विसाहो। जिस पास बैठिया सोहीए, सबनां दा विसाहो। सतनाम श्री वाहिगुरु साहिब जी। तनासरी महला पहला, कार पहला चौपदे। इक ओंकार सतनाम करता पुरख, निरभउ निर्वैर। अकाल मूरत आजुनी सैभं, गुर प्रसाद। जियो डरत है अपना, कैस्यों करी पुकार। दुख विसारण सेविया, सदा सदा दातार। जियो डरत है अपना,
ਕੈਸਿਉ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ। ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਏ। ਤਾਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ। ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ। ਜਿਸ ਆਗੇ ਪਿਆਰੇ ਜਾਏ ਕਹਾ ਰਹਾਉ। ਸੇਵੀ ਸਾਹਿਬ ਆਪਣਾ ਅਵਰ ਨ ਜਾਚੋਂ ਕੋਏ। ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ। ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਉਸ ਅਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਜੋ ਸ਼ਬਦ ਜੋ ਹੁਕਮ ਸਮੁੱਚੀ ਮਾਨਵਤਾ ਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਤਨਾਸਰੀ ਦਾ ਇਹ ਪਹਿਲਾ ਸ਼ਬਦ ਹੈ। ਇਸ ਵਿੱਚ ਸਤਿਗੁਰੂ ਜੀ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਅੱਗੇ
ਅਰਦਾਸ ਬੇਨਤੀ, ਨਾਮ ਦੀ ਜਾਚਨਾ, ਉਸ ਦੇ ਨਾਮ ਤੋਂ ਕੁਰਬਾਨ ਜਾਣਾ। ਪ੍ਰਭੂ ਜੀ ਨਿਤ ਨਵੇਲਾਪਨ, ਨਿਤ ਨਵੀਨਤਾ, ਤਾਜ਼ਗੀ, ਉਸ ਦਾ ਜ਼ਿਕਰ ਕੀਤਾ ਹੈ। ਆਓ ਇੱਕ ਤਾਂ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਜੋ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਹੈ ਉਸ ਅਨੁਸਾਰ ਕਰਾਂਗੇ। ਔਰ ਦੂਸਰਾ, ਆਪ ਸਮੂਹ ਸੰਗਤ ਨੂੰ ਇਸ ਗੱਲ ਦਾ ਭਲੀ ਭਾਂਤ ਪਤਾ ਹੈ ਕਿ ਨਨਕਾਣਾ ਸਾਹਿਬ ਜੀ ਦੇ ਸ਼ਹੀਦਾਂ ਨੂੰ 1 ਸਦੀ 100 ਸਾਲ ਹੋ ਗਏ ਉਹਨਾਂ ਦੀ ਸ਼ਹਾਦਤ ਨੂੰ। ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ, ਜਿਸ ਦੇ ਵਿਸ਼ੇਸ਼ ਸਮਾਗਮ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨਗਰ ਵਿਖੇ, ਜੋ ਪਾਕਿਸਤਾਨ ਤੋਂ ਆਏ ਥੇ ਵਸੇ ਗੋਦਰਪੁਰ, ਉੱਥੇ ਆਯੋਜਿਤ ਕੀਤੇ ਗਏ। ਔਰ ਰਾਤ ਨੂੰ, ਜੋ ਬੀਤੀ ਰਾਤ ਹੈ ਕੱਲ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਸੰਖੇਪ ਜਿਹੇ ਗੁਰਮਤਿ ਦੀਵਾਨ ਆਯੋਜਿਤ ਕੀਤੇ ਗਏ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਵੱਲੋਂ ਉਹ ਇਸ ਕਰਕੇ ਵੀ ਸਨ, ਸਮੁੱਚੇ ਸਿੱਖ ਜਗਤ ਅੰਦਰ ਦੇਸ਼ ਪ੍ਰਦੇਸ਼ ਕਿਤੇ ਵੀ ਕੋਈ ਬੈਠਾ ਹੈ ਜੋ ਵਰਤਮਾਨ ਭਾਰਤੀ ਹਕੂਮਤ ਹੈ, ਇਸ ਨੇ ਬਿਲਕੁਲ ਐਨ ਮੌਕੇ ਤੇ ਜੋ ਜਥਾ ਪਾਕਿਸਤਾਨ ਗੁਰਦੁਆਰਾ ਨਨਕਾਣਾ ਸਾਹਿਬ ਜੀ ਵਿਖੇ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਜਾ ਰਿਹਾ ਸੀ, ਉਹਨੂੰ ਐਨ ਮੌਕੇ ਤੇ ਪ੍ਰਵਾਨਗੀ ਨਹੀਂ ਦਿੱਤੀ, ਰੋਕ ਦਿੱਤਾ ਗਿਆ। ਬਹੁਤ ਵੱਡਾ ਇੱਕ ਧੱਕਾ ਕੀਤਾ। ਤੇ ਇਹ ਸਚਾਈ ਹੈ, ਜਿਸ ਨਾਲ ਧੱਕਾ ਹੁੰਦਾ ਉਹਨੂੰ ਧੱਕੇ ਦੀ ਸਮਝ ਪੈਂਦੀ ਹੈ ਕੀ ਮੇਰੇ ਨਾਲ ਵਾਪਰਿਆ। ਧੱਕਾ ਕਰਨ ਵਾਲਿਆਂ ਦਾ ਪੱਖ ਪੂਰਨ ਵਾਲੇ ਕਈ ਤਰ੍ਹਾਂ ਦੀਆਂ ਦਲੀਲਾਂ ਦੇਈ ਜਾਣਗੇ। ਰਾਤ ਵੀ ਸਿੰਘ ਸਾਹਿਬ ਜੀ ਨੇ ਕਿਹਾ ਕਿ ਅਗਲੀ ਸਦੀ ਤੱਕ, 100 ਸਾਲ ਤੱਕ ਇਹ ਤਵਾਰੀਖ ਵਿੱਚ ਲਿਖਿਆ ਜਾਏਗਾ, ਆਉਣ ਵਾਲੇ ਸਮੇਂ ਵਿੱਚ ਸਦਾ ਲਈ, ਕਿ ਜਦੋਂ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ ਸ਼ਤਾਬਦੀ ਹੋਈ, ਉਸ ਵਕਤ ਦੀ ਹਕੂਮਤ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਜਾਣ ਤੋਂ ਰੋਕ ਦਿੱਤਾ। ਇਸ ਕਰਕੇ ਵਿਸ਼ੇਸ਼ ਸਮਾਗਮ ਰਾਤ ਰੱਖੇ ਗਏ। 2 ਦਿਨ ਅੱਜ ਔਰ ਕੱਲ ਆਪ ਜੀ ਦੇ ਸਨਮੁਖ ਮੈਂ ਹਾਜ਼ਰੀ ਭਰਨੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇੱਕ ਤਾਂ ਉਹਨਾਂ ਸ਼ਹੀਦਾਂ ਨੂੰ ਆਪਾਂ 2 ਦਿਨਾਂ 'ਚ ਯਾਦ ਕਰਾਂਗੇ, ਔਰ ਦੂਸਰਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਉਸ ਹੁਕਮ ਦੀ ਵਿਚਾਰ ਵੀ ਆਪ ਜੀ ਦੇ ਸਨਮੁਖ ਕੀਤੀ ਜਾਏਗੀ। ਆਓ ਦੇਸ਼ ਪ੍ਰਦੇਸ਼ ਵਿੱਚ ਜਿੱਥੇ ਜਿੱਥੇ ਵੀ ਆਪ ਜੀ ਬੈਠ ਕੇ ਇਸ ਅਸਥਾਨ ਤੋਂ ਰੋਜ਼ਾਨਾ ਇਹ ਵਿਸ਼ੇਸ਼ ਗੁਰਮਤਿ ਵਿਚਾਰ, ਗੁਰੂ ਸ਼ਬਦ ਵਿਚਾਰ ਸਰਵਣ ਕਰਦੇ ਹੋ। ਆਪ ਜੀ ਬਖਸ਼ੋ ਅਸੀਸ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ ਬਖਸ਼ਿਸ਼ ਵਰਤਾਨ।
ਆਪ ਵਿੱਚ ਵਰਤ ਕੇ ਸਤਿਗੁਰੂ ਬਾਣੀ ਦੀ ਸ਼ਬਦ ਦੀ ਇਤਿਹਾਸ ਦੀ ਵਿਚਾਰ ਭੈ ਭਾਵਨੀ ਸ਼ਰਧਾ ਨਾਲ ਕਰਾ ਲੈਣ। ਅਦਬ ਸਤਕਾਰ ਸਹਿਤ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਰਾਗ ਤਨਾਸਰੀ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੈ। ਇਸ ਨੂੰ ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਹੈ ਔਰ ਸਤਿਗੁਰਾਂ ਨੇ ਇਹ ਜੋ ਸ਼ਬਦ ਹੈ ਇਹ ਚੌਪਦੇ ਦੇ ਰੂਪ ਵਿੱਚ ਉਚਾਰਨ ਕੀਤਾ ਹੈ। ਕਹਿਣ ਤੋਂ ਮੁਰਾਦ ਇਸ ਅੰਮ੍ਰਿਤ ਸ਼ਬਦ ਦੇ 4 ਪਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਸਤਿਗੁਰਾਂ ਨੇ 19 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਜਿਸ ਦਾ ਜ਼ਿਕਰ ਅਸੀਂ ਵੈਸੇ ਬਹੁਤ ਵਾਰੀ ਕੀਤਾ। ਇਹ ਚੌਪਦੇ ਨੇ। ਗੁਰੂ ਨਾਨਕ ਸਾਹਿਬ ਆਪਣੀ ਰਸਨਾ ਤੋਂ ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਕਰਦੇ ਹਨ। ਇੱਕ ਓੰਕਾਰ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ। ਉਸ ਅਦੁੱਤੀ ਅਕਾਲ ਪੁਰਖ ਵਰਗਾ ਹੋਰ ਦੂਸਰਾ ਕੋਈ ਵੀ ਨਹੀਂ। ਉਹ ਇੱਕ ਹੋ ਕੇ ਸਭ ਦੀ ਸੰਭਾਲ ਕਰ ਰਿਹਾ ਹੈ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵਰਤਿਆ, ਸਾਹਿਬ ਮੇਰਾ ਏਕੋ ਹੈ, ਭਾਈ ਏਕੋ ਹੈ। ਜਾਂ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ, ਏਕ ਤੁਈ ਏਕ ਤੁਹੀ। ਜਾਂ ਬਚਨ ਅਸੀਂ ਪੜ੍ਹਦੇ ਹਾਂ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇੱਕ ਓੰਕਾਰ, ਉਹ ਇੱਕ ਹੈ। ਉਸ ਇੱਕ ਵਰਗਾ ਦੂਸਰਾ ਇੱਕ ਕੋਈ ਨਹੀਂ, ਉਸ ਦਾ ਕੋਈ ਸ਼ਰੀਕ ਨਹੀਂ, ਉਸ ਵਰਗਾ ਹੋਰ ਕੋਈ ਨਹੀਂ। ਉਹ ਉਪਮਾ ਤੋਂ ਰਹਿਤ ਹੈ ਔਰ ਇੱਕ ਰਸ ਵਿਆਪਕ ਹੈ। ਸਤਨਾਮ। ਸਤ ਨਾਮ ਉਹ ਸਦੀਵ ਕਾਰ ਰਹਿਣ ਵਾਲਾ ਹੈ, ਉਹ ਸਤ ਹੈ। ਜਾਂ ਇਉਂ ਸ਼ਬਦ ਕਹਿ ਲਈਏ, ਉਸ ਦਾ ਨਾਮ ਸਤ ਹੈ। ਉਸ ਦੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਇਹ ਵੀ ਬੇਨਤੀ ਹੈ ਕਿ ਸਤਨਾਮ ਇੱਕ ਤਾਂ ਅਸੀਂ ਮਾਨਵੀ ਬੋਲੀ ਵਿੱਚ ਬੋਲਨੇ ਆ, ਜਿਹੜੀ ਸਾਡੀ ਸ਼ਬਦਾਵਲੀ ਸੀ ਸਤਨਾਮ ਕਹਿੰਦੇ ਆ। ਜੇ ਲਿਖਾਂਗੇ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਾ ਸਵਰੂਪ ਜਿਹੜਾ ਖਾਸ ਕਰਕੇ ਸੱਸਾ ਤੱਤੇ ਨੂੰ ਸਿਹਾਰੀ, ਨੰਨੇ ਨੂੰ ਕੰਨਾ ਤੇ ਮੰਮਾ ਹੈ ਸਤਨਾਮ। ਲਫ਼ਜ਼ੀ ਅਰਥ ਅਸੀਂ ਸਾਰੇ ਕਰਨੇ ਆ, ਸਦੀਵ ਰਹਿਣ ਵਾਲਾ, ਜਿਸ ਦਾ ਨਾਮ ਸਤ ਹੈ। ਪਰ ਇਹ ਬੇਨਤੀ, ਇਹ ਸਤਨਾਮ ਲਫ਼ਜ਼ ਵੀ, ਇਹ ਅੱਖਰ ਵੀ ਅਸੀਂ ਲੋਕਾਂ ਨੇ ਆਪਣੇ ਅੰਦਰੋਂ ਨਿਕਲਦੀਆਂ ਹੋਈਆਂ ਜਿਹੜੀਆਂ ਧੁਨੀਆਂ ਨੇ, ਉਹਨਾਂ ਧੁਨੀਆਂ ਦੇ ਅਨੁਸਾਰ ਇਹਨਾਂ ਅੱਖਰਾਂ ਦੀ ਪਹਿਚਾਣ ਬਣਾਈ ਹੈ, ਸੱਸੇ ਦੀ, ਤੱਤੇ ਦੀ, ਨੰਨੇ ਦੀ, ਮੰਮੇ ਦੀ। ਪਰ ਜਦੋਂ ਇਹ ਧੁਨੀ ਵੀ ਨਹੀਂ ਸੀ, ਕੁਛ ਵੀ ਨਹੀਂ ਸੀ, ਤੇ ਸਤਨਾਮ ਉਦੋਂ ਵੀ ਸੀ। ਫਿਰ ਬੇਨਤੀ ਹੈ, ਸਤਨਾਮ ਅਸੀਂ ਆਪਣੀ ਸ਼ਬਦਾਵਲੀ 'ਚ ਵਰਤ ਰਹੇ ਹਾਂ, ਪਰ ਸਤਨਾਮ ਦਾ ਅਰਥ ਕਿ ਉਹਦੀ ਹੋਂਦ ਜਦੋਂ ਕੁਛ ਵੀ ਨਹੀਂ, ਉਦੋਂ ਵੀ ਸੀ, ਅੱਜ ਵੀ ਹੈ, ਤੇ ਜਦੋਂ ਸਭ ਕੁਝ ਸਮੇਟਿਆ ਜਾਏਗਾ ਉਹ ਫਿਰ ਵੀ ਕਾਇਮ ਹੀ ਰਹੇਗਾ। ਜਿਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਸੱਚੇ, ਜੁਗਾਦ ਸੱਚੇ, ਜਿਸ ਲਈ ਸ਼ਬਦ ਵਰਤੇ, ਇਹਦਾ ਮਤਲਬ ਉਸ ਦੀ ਹੋਂਦ। ਇਸ ਨੂੰ ਸਤਿਗੁਰਾਂ ਨੇ ਸਤਨਾਮ ਤੇਰਾ ਪਰਾ ਪੁਰਬਲਾ, ਇਹ ਵੀ ਲਫ਼ਜ਼ ਵਰਤਿਆ, ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਇੱਕ ਹੈ, ਅਦੁੱਤੀ ਹੈ, ਇੱਕ ਰਸ ਹੈ, ਉਸ ਵਰਗਾ ਹੋਰ ਕੋਈ ਨਹੀਂ।
ਉਹ ਸਦੀਵ ਹੋਂਦ ਵਾਲਾ ਹੈ। ਕਰਤਾ ਪੁਰਖ ਉਹ ਹਰ ਚੀਜ਼ ਦਾ ਕਰਤਾ ਹੈ, ਹਰ ਕਾਰ ਦਾ ਕਾਦਰ ਜੋ ਹੈ, ਹਰ ਚੀਜ਼ ਨੂੰ, ਹਰ ਕੰਮ ਨੂੰ ਕਰਨ ਵਾਲਾ ਉਹ ਕਰਤਾ ਪੁਰਖ ਵਾਹਿਗੁਰੂ ਹੈ। ਨਿਰਭਉ ਨਿਰਵੈਰ ਸਭ ਕੁਝ ਕਰਕੇ ਜੋ ਕੁਝ ਉਹਨੇ ਕੀਤਾ ਉਹ ਸਾਰੇ ਦੇ ਵਿੱਚ ਆਪ ਹੀ ਸਮਾ ਗਿਆ ਹੈ। ਫਿਰ ਬੇਨਤੀ, ਕਰਤਾ ਹੈ, ਪੁਰਖ ਹੈ, ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਇਸ ਦੀ ਵਿਆਖਿਆ ਆਪਾਂ ਬਰੀ ਕੀਤੀ। ਜੋ ਉਸਨੇ ਬਣਾਇਆ ਹੈ, ਹਰ ਬਣਾਈ ਹੋਈ ਚੀਜ਼ ਵਿੱਚ ਜੜ ਹੋਵੇ, ਚੇਤਨ ਹੋਵੇ, ਸਪੇਸ ਹੋਵੇ, ਕੋਈ ਐਸੀ ਥਾਂ ਨਹੀਂ ਜਿੱਥੇ ਉਹ ਨਹੀਂ। ਸਾਰੀਆਂ ਥਾਵਾਂ ਤੇ ਆਪ ਸਭ ਕੁਝ ਬਣਾ ਕੇ ਉਸ ਦੇ ਵਿੱਚ ਆਪ ਵਿਦਮਾਨ ਹੈ। ਜਿਹਨੂੰ ਅਸੀਂ ਸਤਿਗੁਰੂ ਕੀ ਬਾਣੀ 'ਚ ਇਹ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿਠੋ ਚਾਓ, ਕਰ ਆਸਨ ਡਿਠੋ ਚਾਓ। ਇਸ ਤੁਕ ਨੂੰ ਧਿਆਨ 'ਚ ਰੱਖਿਓ। ਉਹਨੇ ਕੀਤਾ, ਸਭ ਕੁਝ ਬਣਾਇਆ, ਬਣਾ ਕੇ ਉਹਨੂੰ ਚਾਅ ਨਾਲ ਦੇਖ ਰਿਹਾ ਹੈ ਤੇ ਦੇਖ ਵੀ ਰਿਹਾ ਹੈ ਤੇ ਆਪ ਹੀ ਉਹਦੇ ਵਿੱਚ ਬੈਠਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਉਹ ਕਰਤਾ ਹੈ, ਸਾਰੀਆਂ ਥਾਵਾਂ ਤੇ ਸਮਾਇਆ ਹੈ। ਨਿਰਭਉ, ਉਹਨੂੰ ਕਿਸੇ ਕਿਸਮ ਦਾ ਕੋਈ ਭੈ ਹੈ ਹੀ ਨਹੀਂ, ਕੋਈ ਡਰ ਨਹੀਂ। ਉਹ ਭੈ ਤੋਂ ਰਹਿਤ ਹੈ। ਨਾ ਉਹਨੂੰ ਜਨਮ ਦਾ, ਨਾ ਮੌਤ ਦਾ, ਨਾ ਮਾਨ ਦਾ, ਨਾ ਅਪਮਾਨ ਦਾ, ਕੁਛ ਵੀ ਉਹਨੂੰ ਭੈ ਨਹੀਂ। ਫਿਰ ਜੇ ਉਹ ਨਿਰਭਉ ਹੈ, ਉਸ ਨੂੰ ਕੋਈ ਡਰ ਨਹੀਂ, ਤੇ ਉਹ ਨਿਡਰ ਹੋ ਕੇ ਨਿਰਵੈਰਾ ਵੀ ਹੈ। ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹ ਕਿਉਂ ਸ਼ਬਦ ਦੋ ਵਰਤੇ, ਨਿਰਭਉ ਨਿਰਵੈਰ। ਕਈ ਵਾਰੀ ਬੰਦਾ ਥੋੜੀ ਬਾਤੀ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ ਨਹੀਂ, ਇਹਨੂੰ ਸਰੀਰਕ ਤੌਰ ਤੇ ਕੁਛ ਤਾਕਤ ਮਿਲ ਜਾਏ ਤੇ ਕਈ ਵਾਰੀ ਬੰਦਾ ਤਾਕਤ ਆ ਕੇ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ। ਉਹ ਨਿਰਭਉ ਨਹੀਂ ਹੁੰਦਾ। ਉਹ ਵਕਤੀ ਤੌਰ ਤੇ ਲੋਕਾਂ ਦੇ ਨਾਲ ਜਾਂ ਆਪਣੇ ਧੜੇ ਨਾਲ, ਆਪਣੀ ਸਿਕਿਉਰਿਟੀ ਨਾਲ ਇਹ ਕਹਿੰਦਾ ਭੈ ਤੋਂ ਰਹਿਤ ਹਾਂ। ਪਰ ਯਾਦ ਰੱਖਿਓ, ਉਹ ਬੰਦਾ ਭੈ ਰਹਿਤ ਵੀ ਨਹੀਂ ਤੇ ਉਹ ਬੰਦਾ ਵੈਰ ਰਹਿਤ ਵੀ ਨਹੀਂ। ਉਹ ਜਣੇ ਖਾਨੇ ਨਾਲ ਵੈਰ ਵੀ ਕਮਾਉਂਦਾ ਹੈ। ਪਰ ਪ੍ਰਮਾਤਮਾ ਨਿਰਭਉ ਨੂੰ ਕੋਈ ਡਰ ਵੀ ਨਹੀਂ ਤੇ ਨਿਡਰ ਹੋਣ ਦੇ ਨਾਲ ਨਾਲ ਉਹ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਵੈਰ ਨਹੀਂ ਕਮਾਉਂਦਾ। ਅਕਾਲ ਮੂਰਤ, ਉਸ ਦੀ ਜਿਹੜੀ ਹੋਂਦ ਹੈ ਉਹ ਸਮੇਂ ਤੋਂ ਪਾਰ ਹੈ। ਅਕਾਲ ਮੂਰਤ, ਕਾਲ ਦਾ ਅਰਥ ਟਾਈਮ, ਕਾਲ ਦਾ ਅਰਥ ਮੌਤ। ਸੱਚ ਇਹ ਵੇ ਉਹਦੇ ਤੇ ਨਾ ਸਮਾਂ ਅਸਰ ਕਰਦਾ, ਨਾ ਮੌਤ ਅਸਰ ਕਰਦੀ ਏ। ਤੇ ਮੂਰਤ ਦਾ ਅਰਥ ਆਪਾਂ ਕਰਾਂਗੇ ਜੀ ਹੋਂਦ। ਉਸ ਦੀ ਹੋਂਦ ਹੈ, ਉਹ ਸਮੇਂ ਤੋਂ ਰਹਿਤ ਹੈ। ਉਸ ਉੱਪਰ ਸਮਾਂ ਅਸਰ ਕੁਝ ਵੀ ਨਹੀਂ ਕਰਦਾ। ਆਜੂਨੀ ਸਹਿ ਭੰ, ਅਜੂਨੀ, ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਜਨਮ ਮਰਨ ਵਿੱਚ ਨਹੀਂ। ਸਹਿਭੰਗ, ਉਹ ਸੁਤੇ ਸਿੱਧ ਪ੍ਰਕਾਸ਼ਮਾਨ ਹੈ, ਜਿਹਨੂੰ ਸਤਿਗੁਰੂ ਕਹਿੰਦੇ ਨੇ ਅਨਭਉ ਪ੍ਰਕਾਸ਼। ਜਿਸ ਨੂੰ ਸਤਿਗੁਰੂ ਪੰਜਵੀਂ ਪੌੜੀ ਵਿੱਚ ਕਹਿੰਦੇ ਆ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਹੈ। ਸਹਿਭੰਗ ਦਾ ਅਰਥ ਆਪਣੇ ਆਪ ਸੁਤੇ ਸਿੱਧ ਪ੍ਰਕਾਸ਼ਮਾਨ ਹੈ। ਉਹ ਕਿਸੇ ਦਾ ਬਣਾਇਆ ਥਾਪਿਆ, ਕਿਸੇ ਦੀ ਕਿਰਤ ਨਹੀਂ, ਉਹ ਕਿਸੇ ਦੀ ਕਿਰਤ ਵੀ ਨਹੀਂ, ਉਹ ਆਪਣੇ ਆਪ ਹੈ। ਗੁਰ ਪ੍ਰਸਾਦ, ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਣ ਦਾ ਜਿਹੜਾ ਵਸੀਲਾ ਹੈ, ਜਰੀਆ ਹੈ, ਉਹ ਸਿਰਫ ਗੁਰੂ ਕਿਰਪਾ ਹੈ। ਗੁਰ ਪ੍ਰਸਾਦ, ਗੁਰੂ ਦੀ ਬਖਸ਼ਿਸ਼। ਭਾਵੇਂ ਕਿ ਆਪ ਹੁਕਮਨਾਮੇ ਦੀ ਕਥਾ ਸੁਣਦਿਆਂ ਇਹਦੇ ਅਰਥ ਬਹੁਤ ਵਾਰੀ ਇਸ ਅਸਥਾਨ ਤੇ ਸਿੰਘ ਸਾਹਿਬਾਨ, ਗੁਰਮੁਖ ਪਿਆਰੇ ਕਥਾਵਾਚਕ ਵਿਚਾਰਵਾਨਾਂ ਤੋਂ ਸੁਣ ਚੁੱਕੇ। ਪਰ ਫਿਰ ਵੀ ਜੋ ਲੜੀਵਾਰ ਜਾਂ ਸਤਿਗੁਰੂ ਦੇ ਹੁਕਮ ਵਿੱਚ ਬਚਨ ਆਏ ਹੋਣ, ਉਹਦੇ ਅੱਖਰੀ ਅਰਥ ਕਰਨੇ ਲਾਜ਼ਮੀ ਹੁੰਦੇ ਆ ਕਿ ਉਹ ਜਿਸ ਦੇ ਇੰਨੇ ਗੁਣ ਦੱਸੇ ਆ, ਉਹ ਪਾਰ ਬ੍ਰਹਮ ਪਰਮੇਸ਼ਵਰ ਮਿਲ ਸਕਦਾ ਕੇਵਲ ਸਤਿਗੁਰੂ ਦੀ ਕਿਰਪਾ ਨਾਲ। ਗੁਰੂ ਹੀ ਹੈ ਕਿ ਜਿਹੜਾ ਉਸ ਨਾਲ ਮਿਲਾ ਸਕਦਾ ਹੈ। ਜਿਵੇਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ ਆ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਖੌਮੈ ਰੋਗ,
ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇੱਕ ਓੰਕਾਰ ਨੂੰ ਜਿਸ ਦੇ ਇੰਨੇ ਗੁਣ ਨੇ, ਉਹਨੂੰ ਮਿਲਣ ਦਾ ਸਿਰਫ ਇੱਕੋ ਤਰੀਕਾ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੈ। ਜਿਉ ਡਰਤ ਹੈ ਆਪਣਾ, ਕੈਸਿਉ ਕਰੀ ਪੁਕਾਰ। ਸਤਿਗੁਰਾਂ ਨੇ ਇਸ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕੀਤੀ, ਜਿਉ ਡਰਤ ਹੈ ਆਪਣਾ। ਜਿਉ ਦਾ ਅਰਥ ਕਰਾਂਗੇ ਆਪਾਂ ਜਿੰਦ, ਕਿ ਸਾਡੀ ਜਿਹੜੀ ਜਿੰਦ ਹੈ ਉਹ ਡਰਦੀ ਹੈ, ਉਹ ਕੰਬ ਰਹੀ ਹੈ। ਕੈਸਿਓ ਕਰੀ ਪੁਕਾਰ, ਮੈਂ ਇਸ ਡਰ ਦਾ, ਇਸ ਭੈ ਦਾ, ਜੋ ਮੇਰਾ ਅੰਦਰ ਡਰ ਰਿਹਾ, ਕੰਬ ਰਿਹਾ, ਮੈਂ ਇਸ ਦੀ ਪੁਕਾਰ ਕਿਸ ਕੋਲ ਜਾ ਕੇ ਕਰਾਂ। ਕਹਿਣ ਤੋਂ ਮੁਰਾਦ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੀ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਉਹ ਭੈ ਮੁਕਤ ਨੇ, ਸਾਨੂੰ ਸਮਝਾਉਂਦੇ ਪਏ ਨੇ ਕਿ ਇਹ ਜਿੰਦ ਕੰਬਦੀ ਹੈ, ਡਰਦੀ ਹੈ ਕਿ ਮੇਰੇ ਨਾਲ ਕੀ ਬਣੇਗਾ, ਆਉਣ ਵਾਲੇ ਭਵਿੱਖ ਬਾਰੇ ਸੋਚਦੀ ਹੈ। ਜਿਵੇਂ ਭਗਤ ਜੀ ਸਾਹਿਬ ਦਾ ਬਚਨ ਹੈ, ਤਰ ਹਰ ਕੰਪੈ ਬਾਲਾ ਜੀਓ, ਨਾ ਜਾਣਾ ਕਿਆ ਕਰਸੀ ਪੀਓ। ਮੇਰਾ ਅੰਦਰ ਕੰਬ ਰਿਹਾ, ਡਰ ਰਿਹਾ। ਜਿਵੇਂ ਸਤਿਗੁਰੂ ਦਾ ਬਚਨ ਹੈ, ਇੱਕ ਆਪੀਨੈ ਪਤਲੀ ਸਹਿ ਕੇਰੇ ਬੋਲਾ। ਇੱਕ ਤਾਂ ਮੇਰਾ ਅੰਦਰ ਕਮਜ਼ੋਰ ਹੈ, ਦੂਸਰੇ ਉਸ ਖਵਸਮ ਪਤੀ ਪਰਮਾਤਮਾ ਦੇ ਬੋਲ ਮੈਂ ਕਿਵੇਂ ਜਰਾਂਗੀ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਇਹ ਜੀਓ ਜਿਹੜਾ ਹੈ, ਇਹ ਡਰ ਰਿਹਾ ਹੈ, ਇਹ ਕੰਬ ਰਿਹਾ ਹੈ, ਤੇ ਮੈਂ ਆਪਣੇ ਇਸ ਡਰ ਨੂੰ, ਆਪਣੇ ਇਸ ਦੁੱਖ ਨੂੰ, ਆਪਣੀ ਇਸ ਪੀੜਾ ਨੂੰ, ਆਪਣੀ ਇਸ ਵੇਦਨਾ ਨੂੰ ਕਿਸ ਦੇ ਸਾਹਮਣੇ ਰੱਖਾਂ। ਫਿਰ ਬੇਨਤੀ ਸੁਣਿਓ, ਪਹਿਲਾਂ ਅਸੀਂ ਅੱਖਰੀ ਅਰਥ ਸ਼ਬਦ ਦੇ ਕਰ ਲਈਏ। ਜਿਉ ਡਰਤ ਹੈ ਆਪਣਾ, ਸਾਜਾ ਜਿਉ ਡਰ ਰਿਹਾ ਹੈ, ਕਹਿ ਸੋ ਕਰੀ ਪੁਕਾਰ। ਕਿਸ ਕੋਲ ਜਾ ਕੇ ਮੈਂ ਆਪਣੇ ਅੰਦਰ ਦੀ ਪੁਕਾਰ ਕਰਾਂ। ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ। ਫਿਰ ਸਤਿਗੁਰੂ ਆਪ ਹੀ ਆਪਣੇ ਉਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਕਹਿੰਦੇ ਨੇ ਇਸ ਜੀਓ ਦੀ ਪੁਕਾਰ ਜਿਹੜੀ ਹੈ, ਸਿਰਫ ਉਹ ਸੁਣਦਾ ਜਿਹੜਾ ਸਦਾ ਸਦਾ ਦਾਤਾਂ ਦੇਣ ਵਾਲਾ ਹੈ। ਦੁੱਖ ਵਿਸਾਰਨ ਸੇਵਿਆ, ਇਹਦੇ ਲਫ਼ਜ਼ੀ ਅਰਥ ਨੇ ਦੁੱਖਾਂ ਨੂੰ ਦੂਰ ਕਰਨ ਵਾਲਾ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਕੱਟਣ ਵਾਲਾ। ਅਸੀਂ ਉਸ ਨੂੰ ਸਿਮਰਿਆ, ਉਹਨੂੰ ਯਾਦ ਕੀਤਾ। ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ, ਜੋ ਸਦਾ ਸਦਾ ਹੀ ਦਾਤਾਂ ਦੇ ਰਿਹਾ ਹੈ। ਸਿਰਫ ਇੱਕ ਬੇਨਤੀ ਕਰਾਂਗਾ ਕਿ ਵੇਖੋ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੇਅੰਤ ਸ਼ਬਦ ਐਸੇ ਨੇ ਜੋ ਸਤਿਗੁਰਾਂ ਨੇ ਪ੍ਰਸ਼ਨੋਤਰੀ ਦੇ ਰੂਪ ਵਿੱਚ ਉਚਾਰਨ ਕੀਤੇ ਨੇ। ਪ੍ਰਸ਼ਨੋਤਰੀ ਦਾ ਅਰਥ ਆਪ ਸਮਝਦੇ ਹੋ, ਆਪ ਹੀ ਸਤਿਗੁਰੂ ਪ੍ਰਸ਼ਨ ਪੈਦਾ ਕਰਦੇ ਆ, ਸਵਾਲ ਪੈਦਾ ਕਰਦੇ ਆ, ਆਪ ਹੀ ਫਿਰ ਸਤਿਗੁਰੂ ਉਸੇ ਪ੍ਰਸ਼ਨ ਦਾ ਉੱਤਰ ਵੀ ਆਪੇ ਦੇ ਦਿੰਦੇ ਆ। ਜਿਵੇਂ ਇੱਥੇ ਇੱਕ ਪ੍ਰਸ਼ਨ ਹੈ ਕਿ ਜਿਉ ਡਰਤਾ ਹੈ ਆਪਣਾ, ਕੈਸਿਓ ਕਰੀ ਪੁਕਾਰ। ਮੇਰਾ ਅੰਦਰ ਡਰ ਰਿਹਾ, ਮੈਂ ਕਿਸ ਕੋਲ ਪੁਕਾਰ ਕਰਾਂ। ਤੇ ਉਸ ਉੱਤਰ ਵੀ ਨਾਲ ਦੇ ਦਿੱਤਾ ਕਿ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਦੁੱਖਾਂ ਨੂੰ ਦੂਰ ਕਰਨ ਵਾਲੇ ਪ੍ਰਭੂ ਨੂੰ ਚੇਤੇ ਕੀਤਾ ਜੋ ਸਦਾ ਦਾਤਾਂ ਦਿੰਦਾ। ਮੈਂ ਤਾਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਦੋ ਕੁ ਬੇਨਤੀਆਂ। ਇੱਕ ਤੇ ਅਸੀਂ ਦੇਖੋ ਜਪਜੀ ਸਾਹਿਬ ਦੀ ਆਰੰਭਕ ਪੌੜੀ ਵਿੱਚ ਹੀ ਪ੍ਰਸ਼ਨੋਤਰੀ ਪੜ੍ਹਨੇ ਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਸਵਾਲ ਹੈ ਨਾ ਜੀ, ਪ੍ਰਸ਼ਨ ਹੈ। ਤੇ ਸਤਿਗੁਰੂ ਨਾਲ ਹੀ ਉੱਤਰ ਦਿੰਦੇ ਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉੱਤਰ ਦੇਤਾ। ਪਹਿਲਾਂ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ ਸਵਾਲ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਇਹ ਉੱਤਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੋਰ ਹੁੰਦਾ, ਬਿਨ ਤੇਲ ਦੀਵਾ ਕਿਉਂ ਜਲੈ। ਇਹ ਸਵਾਲ ਹੈ ਨਾ ਜੀ, ਕੁਐਸਚਨ ਹੋ ਗਿਆ ਕਿ ਤੇਲ ਤੋਂ ਬਿਨਾ ਦੀਵਾ ਕਿਵੇਂ ਜਲ ਸਕਦਾ। ਤੇ ਅੱਗੇ ਫਿਰ ਉੱਤਰ ਦਿੰਦੇ ਆ, ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ, ਸੱਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤਉ ਮਿਲੈ। ਪ੍ਰਸ਼ਨ ਉਸ ਦਾ ਕਿ ਬਿਨ ਤੇਲ ਦੀਵਾ ਕਿਉਂ ਜਲੈ, ਉਹਦਾ ਉੱਤਰ ਹੈ। ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਪ੍ਰਸ਼ਨੋਤਰੀ ਸਲੋਕ ਹੈ, ਕਵਣ ਸੋਵੇ ਉਹਨਾਂ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਨੀਆ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਇਹ ਸਾਰੇ ਸਵਾਲ ਨੇ। ਕਿਹੜਾ ਅੱਖਰ, ਕਿਹੜਾ ਗੁਣ, ਕਿਹੜਾ ਮੰਤਰ, ਕਿਹੜਾ ਲਿਬਾਸ, ਕਿਹੜਾ ਸ਼ਾਰ ਸ਼ਿੰਗਾਰ। ਇਸ ਦੋ ਤੁਕਾਂ ਵਿੱਚ ਸਵਾਲ ਹੈ। ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਨੀਆ ਮੰਤ,
ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ, ਨਿਵਣ ਸੋ ਅੱਖਰ ਖਵਣ ਗੁਣ ਜੇਵਾ ਮਨੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹਦਾ ਮਤਲਬ ਆਪਣੇ ਪ੍ਰਸ਼ਨ ਦਾ ਉੱਤਰ ਆਪ ਹੀ ਦੇ ਦਿੱਤਾ। ਇਸੇ ਤਰ੍ਹਾਂ ਹੀ ਸਤਿਗੁਰੂ ਪਹਿਲਾ ਪ੍ਰਸ਼ਨ ਆਪੇ ਕਰਦੇ ਆ ਕਿ ਅੰਦਰ ਜੀਉ ਡਰ ਰਿਹਾ, ਕੰਬ ਰਿਹਾ, ਕਿਹਦੇ ਕੋਲ ਪੁਕਾਰ ਕਰਾਂ? ਫਿਰ ਉੱਤਰ ਦਿੰਦੇ ਆ, ਹਾਂ, ਦੁੱਖਾਂ ਨੂੰ ਵਿਸਾਰਨ ਵਾਲਾ, ਸਦਾ ਸਦਾ ਦਾਤਾਂ ਦੇਣ ਵਾਲਾ, ਉਸ ਅੱਗੇ ਹੀ ਪੁਕਾਰ ਕਰ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਸਾਹਿਬ ਦਾ ਲਫ਼ਜ਼ੀ ਅਰਥ ਹੈ ਮਾਲਿਕ, ਸਭ ਨੂੰ ਰਿਜ਼ਕ ਦੇਣ ਵਾਲਾ, ਸਭ ਦਾ ਮਾਲਿਕ, ਜਿਹਨੂੰ ਖਸਮ ਸ਼ਬਦ ਵੀ ਬਾਣੀ ਚ ਵਰਤਿਆ। ਉਹ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਉਹ ਸਦੀਵ ਕਾਰ ਰਹਿਣ ਵਾਲਾ ਨਿਤ ਨਵਾਂ ਹੈ, ਤੇ ਸਦਾ ਸਦਾ ਦਾਤਾਰ, ਸਦਾ ਦਾਤਾਂ ਦਿੰਦਾ। ਇਹ ਨਿਤ ਨਵੇਂ ਦਾ ਅਰਥ ਤਾਜ਼ਾ ਸੱਜਰਾ, ਜਿਹੜਾ ਬਹਿਆ ਨਹੀਂ ਹੋਇਆ। ਇਹਦੇ ਕਿਵੇਂ ਅਰਥ? ਨਿਤ ਨਵੇਂ ਦਾ ਮਤਲਬ ਇਹਦਾ ਅਰਥ ਹੈ ਕਿ ਉਹ ਇੰਨਾ ਬਖਸ਼ਿੰਦ ਹੈ। ਆਮ ਤੌਰ ਤੇ ਤੁਸੀਂ ਕੋਈ ਚੀਜ਼ ਪਹਿਲੀ ਵਾਰੀ ਦੇਖੋ ਤੇ ਕਹਿੰਦੇ ਹੋ ਕਮਾਲ ਹੋ ਗਈ, ਵੀ ਸਮਾਜ 'ਚ ਬੰਦਾ ਚਾਹੁੰਦਾ ਪਹਿਲੀ ਵਾਰ ਨਵਾਂ ਦੇਖੇ। ਕੋਈ ਨਵੀਂ ਚੀਜ਼ ਖਾਓ, ਕੋਈ ਨਵੀਂ ਚੀਜ਼ ਪਹਿਰੋ, ਕੋਈ ਕਰਮ ਕਰੋ, ਬੰਦਾ ਕਹਿੰਦਾ ਬਸ। ਪਰ ਕੁਝ ਦਿਨਾਂ ਬਾਅਦ ਜਿਹੜਾ ਚੰਗਾ ਲੱਗਦਾ ਸੀ ਉਹ ਹੁਣ ਦਿਲ ਨਹੀਂ ਲੱਗਦਾ, ਉਸ ਕੱਪੜੇ ਤੇ ਮਨ ਨਹੀਂ ਮੰਨਦਾ, ਉਸ ਖਾਣੇ ਤੇ ਮਨ ਨਹੀਂ ਮੰਨਦਾ। ਤੇ ਫਿਰ ਕਹਿੰਦੇ ਆ ਚਲੋ ਇਹ ਤਾਂ ਬੜਾ ਪੁਰਾਣੀਆਂ ਗੱਲਾਂ ਨੇ। ਲੋਕ ਗੱਲਾਂ ਵੀ ਪੁਰਾਣੀਆਂ ਕਹਿੰਦੇ ਆ, ਇਹ ਜੀ ਪੁਰਾਣੀਆਂ ਬਾਤਾਂ ਨੇ, ਇਹ ਪੁਰਾਣੀਆਂ ਗੱਲਾਂ ਨੇ, ਇਹ ਪੁਰਾਣੀਆਂ ਚੀਜ਼ਾਂ ਨੇ। ਪਰ ਗੁਰੂ ਸਾਹਿਬ ਕਹਿੰਦੇ ਆ ਕਿ ਮੇਰਾ ਵਾਹਿਗੁਰੂ ਉਹ ਨਿਤ ਹੀ ਨਵਾਂ ਹੈ। ਜਿਹੜਾ ਪਹਿਲੇ ਦਿਨ ਜਪ ਕੇ ਉਹਨੂੰ ਆਨੰਦ ਆਇਆ, ਸਦੀਆਂ ਲੰਘਣ ਤੋਂ ਬਾਅਦ ਨਾਮ ਦੇ ਵਿੱਚ ਉਹ ਹੀ ਨਵੀਨਤਾ ਹੈ। ਇਹ ਪੁਰਾਣਾ ਨਹੀਂ ਹੋਇਆ। ਸਾਹਿਬ ਮੇਰਾ ਸਦਾ ਤਾਜ਼ਾ ਹੈ, ਸਦਾ ਸੱਜਰਾ ਹੈ, ਉਹ ਨਿਤ ਨਵਾਂ ਹੈ, ਤੇ ਸਦਾ ਸਦਾ ਦਾਤਾਰ, ਉਹ ਸਦਾ ਹੀ ਦਾਤਾਂ ਦੇਣ ਵਾਲਾ ਹੈ। ਜਿਹਨੂੰ ਸਤਿਗੁਰੂ ਬਚਨ ਕਰਦੇ ਆ ਕਿ ਉਹ ਸਦੀਵ ਕਾਲ ਤੋਂ ਜਿੱਥੇ ਵੀ ਜੀਵ ਨੇ, ਜੁਗਾ ਜੁਗੰਤਰ ਖਾਈ ਖਾਏ, ਦੇਂਦਾ ਦੇ ਲੈਂਦੇ ਤੱਕ ਪਾਏ, ਜੁਗਾ ਜੁਗੰਤਰ ਖਾਈ ਖਾਏ, ਜੁਗਾਂ ਜੁਗਾਂ ਤੋਂ ਦਾਤਾਂ ਜਿਹੜੀਆਂ ਨੂੰ ਬਖਸ਼ ਰਿਹਾ ਹੈ। ਸਤਿਗੁਰੂ ਕਹਿੰਦੇ ਆ ਬਖਸ਼ਿਸ਼ ਕਰ ਰਿਹਾ, ਉਹ ਸਦੀਵ ਦਾਤਾਂ ਦਿੰਦਾ ਹੈ। ਰਹਾਉ ਇਹ ਅੰਮ੍ਰਿਤ ਦੁੱਖ ਜਿਹੜੀ ਰਹਾਉ ਦੀ ਹੈ। ਆਨੰਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਇਹ ਸਤਿਗੁਰੂ ਜਿਹੜਾ ਨਿਤ ਨਵਾਂ ਹੈ, ਫਿਰ ਉਹਦੇ ਬਾਰੇ ਮਨੁੱਖ ਕੀ ਕਰੇ? ਕਹਿਣ ਲੱਗੇ ਦਿਨ ਰਾਤ ਉਹਨੂੰ ਯਾਦ ਕਰੇ, ਦਿਨ ਰਾਤ ਉਹਦਾ ਸਿਮਰਨ ਕਰੇ, ਤੇ ਅੰਤਲੇ ਸਮੇਂ ਉਹਦੇ ਸਿਮਰਨ ਤੋਂ ਬਿਨਾ ਕਿਸੇ ਨਹੀਂ ਛੁਡਾਣਾ। ਹਰ ਰਿਸ਼ਤਾ ਪੁਰਾਣਾ ਹੋ ਜਾਏਗਾ, ਹਰ ਸੰਸਾਰੀ ਚੀਜ਼ ਪੁਰਾਣੀ ਹੋ ਜਾਏਗੀ, ਪਰ ਉਹ ਨਿਤ ਨਵਾਂ ਹੈ। ਉਹ ਸਾਡਾ ਸਾਥ ਨਹੀਂ ਛੱਡੇਗਾ, ਅੰਤਲੇ ਸਮੇਂ ਉਹਨੇ ਸਾਥ ਦੇਣਾ ਹੈ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਇੱਥੇ ਵੈਸੇ ਕਾਮਣੀ ਦਾ ਲਫ਼ਜ਼ੀ ਅਰਥ ਅਸੀਂ ਇਸਤਰੀ ਕਰਨੇ ਆ। ਕਈ ਟੀਕਾਕਾਰ ਵਿਦਵਾਨਾਂ ਨੇ ਇੱਛਾ ਸ਼ਕਤੀ ਕੀਤਾ, ਇੱਛਾਧਾਰੀ ਬੁੱਧੀ ਕੀਤਾ, ਪਰ ਜਦੋਂ ਉੱਤੇ ਸ਼ਬਦ ਆ ਗਿਆ ਨਾ ਵੀ ਜੀਉ ਡਰਤਾ ਹੈ ਆਪਣਾ, ਸੀ ਜਿੰਦ ਅਰਥ ਕੀਤੇ, ਤੇ ਇੱਥੇ ਕਾਮਣੀ ਦੇ ਅਰਥ ਵੀ ਜਿੰਦ ਟੁਕਣਗੇ, ਪਰ ਅਰਥ ਦਾ ਦਾਵਾ ਨਹੀਂ। ਇਹਦਾ ਅਰਥ ਮੇਰੀਏ ਜਿੰਦੇ, ਕਿਉਂਕਿ ਗੁਰਬਾਣੀ ਵਿੱਚ ਜਿੰਦ ਨੂੰ ਵੀ ਸੰਬੋਧਨ ਕੀਤਾ। ਹਰ ਜਪਦਿਆਂ ਖਿਰ ਢਿੱਲ ਨਾ ਕੀਜੀ, ਮੇਰੀ ਜਿੰਦੁੜੀਏ ਮਤ ਕੇ ਜਾਪੇ, ਸਹੁ ਆਵੈ ਕੇ ਨਾ ਆਵੈ ਰਾਮ। ਕਹਿੰਦੇ ਨੇ ਖੇ ਮੇਰੀ ਜਿੰਦੇ, ਇਸ ਨਾਮ ਨੂੰ ਸੁਣ, ਵਾਹਿਗੁਰੂ ਦੇ ਸ਼ਬਦ ਨੂੰ ਸੁਣ, ਗੁਰੂ ਦੇ ਬਚਨ ਨੂੰ ਸੁਣ, ਤੇਰਾ ਪਾਰ ਉਤਾਰਾ ਹੋਵੇਗਾ। ਦਇਆਲ ਤੇਰਾ ਨਾਮ ਤਰਾ, ਸਦ ਕੁਰਬਾਨ ਜਾਓ। ਦਇਆਲ ਤੇਰਾ ਨਾਮ ਤਰਾ, ਹੈ ਦਿਆਲੂ ਪ੍ਰਮਾਤਮਾ, ਜੇ ਮੈਂ ਤਰ ਸਕਣਾ ਤੇ ਸਿਰਫ ਤੇਰੇ ਨਾਮ ਦੇ ਸਹਾਰੇ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਨਾਮ ਭਵ ਸਾਗਰ ਤੋਂ ਤਾਰਨ ਵਾਲਾ ਹੈ। ਸਦ ਕੁਰਬਾਨ ਜਾਓ। ਮੈਂ ਤੇਰੇ ਤੋਂ ਸਦੀਵ ਕਾਲ ਲਈ, ਜੇ ਤੂੰ ਸਦਾ ਸਦਾ ਦਾਤਾਰ ਹੈ ਤੇ ਮੈਂ ਤੇਰੇ ਤੋਂ ਸਦਾ ਸਦਾ ਕੁਰਬਾਨ ਜਾਂਦਾ ਹਾਂ। ਰਹਾਉ ਇਹ ਦੂਸਰਾ ਸਤਿਗੁਰਾਂ ਨੇ ਰਹਾਉ ਦਾ ਬਚਨ ਕਿਹਾ ਇਸ ਵਿੱਚ। ਸਰਬੰ ਸਾਚਾ ਏਕ ਹੈ,
ਦੂਜਾ ਨਾਹੀ ਕੋਇ। ਸਾਰੀਆਂ ਥਾਵਾਂ ਤੇ ਰਮਿਆ ਹੋਵਾ ਸੱਚਾ ਪਰਮਾਤਮਾ ਕੇਵਲ ਇੱਕ ਹੈ, ਜਿਹੜਾ ਅਸੀਂ ਇੱਕ ਓੰਕਾਰ ਵਿੱਚ ਕਹਿ ਕੇ ਆਏ ਹਾਂ। ਦੂਜਾ ਕੋਈ ਹੈ ਹੀ ਨਹੀਂ, ਉਹਦਾ ਕੋਈ ਸ਼ਰੀਕ ਨਹੀਂ, ਉਹਦਾ ਬਰਾਬਰੀ ਕਰਨ ਵਾਲਾ ਕੋਈ ਨਹੀਂ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ, ਹੋਰ ਕੋਈ ਦੂਸਰਾ ਨਹੀਂ। ਤਾਕੀ ਸੇਵਾ ਸੋ ਕਰੇ, ਜਾ ਕਉ ਨਦਰ ਕਰੇ। ਉਸ ਦਾ ਸਿਮਰਨ, ਉਹਦੀ ਸੇਵਾ, ਇੱਥੇ ਸੇਵਾਦਾਰ ਸਿਮਰਨ ਕਰ ਲਈਏ। ਉਹਦੀ ਸੇਵਾ, ਉਹਦਾ ਸਿਮਰਨ ਕੇਵਲ ਉਹ ਕਰੇਗਾ ਜਿਸ ਉੱਪਰ ਉਹਦੀ ਨਦਰ ਹੋਵੇਗੀ। ਨਦਰ ਕਰੇ ਤਾਂ ਸਿਮਰਿਆ ਜਾਏ, ਜਾਂ ਕਹਿੰਦੇ ਸੇ ਸਿਮਰੈ ਜਿਨ ਆਪ ਸਿਮਰਾਏ। ਜਿਸ ਉੱਪਰ ਮਾਲਕ ਦੀ ਬਖਸ਼ਿਸ਼ ਨਦਰ ਹੋਵੇ, ਉਹ ਉਹਦਾ ਸਿਮਰਨ ਕਰਦਾ ਹੈ। ਤੁਧ ਬਾਜ ਪਿਆਰੇ ਕੇਵਰਹਾ। ਹੇ ਪਿਆਰੇ ਪਾਰ ਬ੍ਰਹਮ ਪਰਮੇਸ਼ਵਰ ਜੀ, ਮੈਂ ਤੇਰੇ ਨਾਮ ਤੋਂ ਬਿਨਾ ਕਿਵੇਂ ਰਹਿ ਸਕਣਾ ਹਾਂ? ਤੇਰੇ ਨਾਮ ਤੋਂ ਬਿਨਾ ਜੀਣਾ ਮੁਸ਼ਕਲ ਹੈ। ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ। ਸਾ ਵਡਿਆਈ ਦੇ, ਜਿਤ ਨਾਮ ਤੇਰੇ ਲਾਗ ਰਹਾ। ਪਰਮਾਤਮਾ ਮੈਨੂੰ ਇਹ ਵਡਿਆਈ ਦੇ, ਇਹ ਬਖਸ਼ਿਸ਼ ਕਰ ਕਿ ਮੈਂ ਸਦਾ ਤੇਰੇ ਨਾਮ ਵਿੱਚ ਹੀ ਲੱਗਾ ਰਹਾ। ਇਹਦਾ ਮਤਲਬ ਇਹ ਮੈਨੂੰ ਵਡਿਆਈ ਦੇ, ਇਹ ਮੇਰੇ ਤੇ ਬਖਸ਼ਿਸ਼ ਕਰ, ਮੈਂ ਸਦਾ ਤੇਰੇ ਨਾਮ ਵਿੱਚ ਹੀ ਜੁਟਿਆ ਰਹਾ। ਦੂਜਾ ਨਾਹੀ ਕੋਏ, ਜਿਸ ਆਗੈ ਪਿਆਰੇ ਜਾਏ ਕਹਾ। ਦੂਜਾ ਕੋਈ ਹੋਰ ਨਹੀਂ ਜਿਹਦੇ ਕੋਲ ਜਾ ਕੇ ਮੈਂ ਕਹਾਂ ਕਿ ਮੈਨੂੰ ਨਾਮ ਦੀ ਵਡਿਆਈ ਦੇ। ਨਾਮ ਦਾ ਦਾਤਾ ਕੇਵਲ ਤੁਸੀਂ ਹੋ, ਤੇ ਮੈਂ ਕਿਸ ਕੋਲ ਪੁਕਾਰ ਕਰਾਂ? ਰਹਾਉ ਸੇਵੀ ਸਾਹਿਬ ਆਪਣਾ, ਅਵਰ ਨ ਜਾਚੋਂ ਕੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਸਿਰਫ ਆਪਣੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਸਿਮਰਦਾ ਹਾਂ। ਮੈਂ ਉਹਦੇ ਤੋਂ ਬਿਨਾਂ ਕਿਸੇ ਤੋਂ ਮੰਗਦਾ ਵੀ ਨਹੀਂ। ਅਵਰ ਨਾ ਜਾਂਚੂ, ਕਿ ਮੈਨੂੰ ਹੋਰ ਕੋਈ ਨਹੀਂ ਚਾਹੀਦਾ। ਕੋਈ ਦੇਵਤਾ, ਕੋਈ ਦੇਵ, ਕੋਈ ਸ਼ਕਤੀ, ਕੋਈ ਰਿੱਧੀ, ਕੋਈ ਸਿੱਧੀ, ਇਹਦੇ ਅਰਥ ਵੀ ਨੇ। ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਉਹ ਆ ਪ੍ਰੇਮ ਪ੍ਰੀ ਕਨਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਾ ਨਹੀਂ। ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਾਹੀ। ਮੈਨੂੰ ਹੋਰ ਨਹੀਂ ਕੋਈ ਚਾਹੀਦਾ। ਜਿਵੇਂ ਭਗਤ ਨਾਮਦੇਵ ਜੀ ਬਚਨ ਕਰਦੇ ਆ, ਹਉ ਤੋ ਏਕ ਰਮਈਆ ਲੈ ਹੂੰ, ਆਨ ਦੇਵ ਬਦਲਾਵਣ ਦੇਖੂੰ। ਸਾਰੇ ਦੇਵੀ ਦੇਵਤੇ ਦੇ ਬਦਲੇ ਲੈ ਲੈ, ਮੈਨੂੰ ਸਿਰਫ ਤਾਂ ਸਿਰਫ ਇੱਕ ਨਾਮ ਚਾਹੀਦਾ। ਧੰਨ ਗੁਰੂ ਨਾਨਕ ਸਾਹਿਬ ਬਚਨ ਕਰ ਰਿਹਾ, ਮੈਂ ਹੋਰ ਕੋਈ ਵਸਤੂ, ਹੋਰ ਕੋਈ ਚੀਜ਼ ਨਹੀਂ ਮੰਗਦਾ। ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਉਸ ਪ੍ਰਭੂ ਦਾ ਦਾਸ ਹਾਂ, ਉਹਦਾ ਸੇਵਕ ਹਾਂ। ਉਸ ਦੇ ਨਾਮ ਤੋਂ ਬਿਨਾ ਮੇਰਾ ਅੰਦਰ ਜਿਹੜਾ ਟੁਕੜੇ ਟੁਕੜੇ ਹੋ ਰਿਹਾ, ਤੜਪ ਰਿਹਾ ਹੈ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਹੇ ਮੇਰੇ ਮਾਲਕ, ਤੇਰੇ ਨਾਮ ਤੋਂ ਬਿਨਾ, ਤੇਰੇ ਸਿਮਰਨ ਤੋਂ ਬਿਨਾ ਮੇਰਾ ਅੰਦਰ ਜਿਹੜਾ ਉਹ ਬਿੰਦ ਬਿੰਦ, ਖਿੰਨ ਖਿੰਨ ਟੁਕੜੇ ਹੋ ਰਿਹਾ। ਤੇਰੇ ਤੋਂ ਮੈਂ ਵਾਰ ਨਹੀਂ ਜਾ ਰਿਹਾ ਹਾਂ। ਇਹ ਹੈ ਅੱਜ ਦੇ ਸਤਿਗੁਰੂ ਦਾ ਇਹ ਜਿਹੜਾ ਅੰਮ੍ਰਿਤ ਬਚਨ, ਸਤਿਗੁਰਾਂ ਦਾ ਅੱਜ ਦਾ ਇਹ ਸ਼ਬਦ। ਕਿਉਂਕਿ ਆਪ ਜੀ ਨੂੰ ਸਨਮਾਨਯੋਗ ਸਿੰਘ ਸਾਹਿਬਾਨ ਜੀ ਕੱਲ ਵੀ, ਔਰ ਮੇਰਾ ਖਿਆਲ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਹੋਣਾ ਨੇ ਵੀ ਆਪ ਜੀ ਨਾਲ ਇਸ ਸਾਕੇ ਦੇ ਸੰਬੰਧ ਵਿੱਚ ਕੁਝ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਆਪ ਨੂੰ 2 ਦਿਨ ਚ ਜਿੰਨੀ ਕੁ ਸਮਝ ਦਾਤੇ ਦਿੱਤੀ, ਕਿਉਂਕਿ ਜਿਹੜਾ ਨਨਕਾਣਾ ਸਾਹਿਬ ਜੀ ਦਾ ਸਾਕਾ ਹੈ, ਇਹ ਦਰਅਸਲ 10 ਫੱਗਣ ਨੂੰ ਹੋਇਆ। ਭਾਵੇਂ ਅੱਜ ਕੱਲ ਅਸੀਂ ਅੰਗਰੇਜ਼ੀ ਦੀ ਤਰੀਕ 21 ਫਰਵਰੀ ਕਹਿੰਦੇ ਆ, ਪਰ ਦੇਸੀ 10 ਫੱਗਣ ਹੀ ਹੈ। ਉਸ ਦਿਨ ਜੇ ਅੰਗਰੇਜ਼ੀ ਦੀ ਤਰੀਕ ਦੇਖੋ, ਆਮ ਇਹੀ ਪ੍ਰਚਲਿਤ ਹੈ ਵੀ 21 ਫਰਵਰੀ ਨੂੰ ਸਾਕਾ ਹੋਇਆ। ਜੇ 10 ਫੱਗਣ ਰੱਖੋਗੇ ਤੇ ਸੌਖਾ ਰਹੇਗਾ। ਜੇ ਉਸ ਵਕਤ ਜਦੋਂ ਸਾਕਾ ਹੋਇਆ, ਉਦੋਂ ਦਰਅਸਲ 20 ਫਰਵਰੀ ਸੀ, ਫੱਗਣ ਦਾ 10 ਹੀ ਸੀ।
फिर बेनती सुनो इस गल नूं, मैं पिछोकड़ शुरू करना है। मेरी इच्छा सी मैं दरबार साहिब जी तो, तरन ताਰਨ साहिब तो, बाबे दी बेर तो ते ननकाना साहिब दे शहीदां तक 2 दिन बेनती कर सका। इस दा प्रयोजन कोई विद्वता दा जां चोखी जानकारी दा नहीं, सिर्फ इन्नी क संखेप जी बेनती करनी चाहना कि घट्टो घट इस साके दा कारण की, ये वापरिया क्यों, किहदी शय होई ते किन्ना कुछ जुल्म महंत ने कीता, महंता ने कीता। इस करके मैं बेनती की 20 फरवरी नूं, थोड़ी जी मैं अर्ज कर देना क्योंकि किसी के मन च ना आवे जी साका तो कल लंघ गए। 20 फरवरी 1921 नूं पौने 6 बजे, ये कल नूं असीं देखांगे, ऐतवार वाला दिन 10 फग्गन नूं जथा अंदर प्रवेश करदा है। कोई 5:43 जिस तरह कहंदे आ ਉਹ ਜਾਂਦਾ है जी। कमाल दी गल, ਜਦੋਂ 20 फरवरी 10 फग्गन ਨੂੰ ਸਾਕਾ ਵਾਪਰਿਆ ਉਸ ਦਿਨ ਐਤਵਾਰ ਸੀ ਤੇ ਜਿਹੜਾ ਕੱਲ ਸਾਕੇ ਦੀ ਸ਼ਤਾਬਦੀ ਦਾ ਦਿਨ ਲੰਘਿਆ ਕੱਲ ਵੀ 10 ਫੱਗਣ ਐਤਵਾਰ ਸੀ। ਇੱਕ ਸਦੀ ਪਹਿਲਾਂ ਵੀ ਉਸ ਦਿਨ ਵੀ ਐਤਵਾਰ ਸੀ ਤੇ ਅੱਜ ਕੱਲ ਜਿਹੜਾ ਲੰਘਿਆ ਉਹ ਵੀ ਐਤਵਾਰ ਹੈ। 20 ਫਰਵਰੀ ਨੂੰ ਜਾਂ 10 ਫੱਗਣ ਨੂੰ ਸ਼ਬਦ ਵਰਤਾਂ ਇਹ ਸਾਕਾ ਵਰਤਦਾ। ਤਕਰੀਬਨ 7 ਵਜੇ ਤੋਂ ਲੈ ਕੇ 10 ਵਜੇ ਤੱਕ ਗੋਲੀਆਂ ਚੱਲਦੀਆਂ ਨੇ, ਕੱਟਾ ਵੱਢੀ ਹੁੰਦੀ ਏ, ਤੜਫਦਿਆਂ ਨੂੰ ਤੇਲ ਪਾ ਪਾ ਕੇ ਸਾੜਿਆ ਜਾਂਦਾ, ਜੰਡ ਨਾਲ ਬੰਨਿਆ ਜਾਂਦਾ। ਮੈਂ ਕੱਲ ਨੂੰ ਡਿਟੇਲ ਨਾਲ ਅਰਜ਼ ਕਰਾਂਗਾ। ਉਸ ਵਕਤ 10 ਵਜੇ ਤੋਂ ਬਾਅਦ ਜਿਹੜੀਆਂ ਨੇ ਉਹ ਤਾਰਾਂ ਦਿੱਤੀਆਂ ਜਾਂਦੀਆਂ ਨੇ ਪੰਥ ਨੂੰ। 20 ਫਰਵਰੀ 10 ਫੱਗਣ ਨੂੰ, 20 ਫਰਵਰੀ ਨੂੰ ਫਿਰ ਕਰਤਾਰ ਸਿੰਘ ਝੱਬਰ ਹੋਣੀ ਇਕੱਠੇ ਹੋ ਕੇ ਨਨਕਾਣਾ ਸਾਹਿਬ ਲਾਉਂਦੇ ਆ, ਸੰਧਿਆ ਨੂੰ ਤੁਰਦੇ ਆ ਰਾਤ ਨੂੰ ਉੱਥੋਂ ਚੂੜਕਾਣੇ ਤੋਂ। 21 ਫਰਵਰੀ ਨੂੰ इधरों DCV पहुंच जाता है तो 200 लाहौर तो गोरा फौज मंगाई जाती, 200 गिनती से उन्होंने, तो मशीन गल्लां नाल लैस आए ने। बेनती करा 21 फरवरी नूं 11 फग्गन नूं करतार सिंह झब्बर होनी जिहड़े ने, हरबंस सिंह अटारी जी होनी जिहड़े सिख आगू ने उत्थे पहुंचते ने, तकरार हुंदा, तैयारी पूरी हुंदी है। 2200 ਜਿਹੜਾ नौजवान है वो करतार सिंह झब्बर नाल है ਜਿਹੜਾ हथियारबंद है कि हुण जे पुलिस ने गोली चलाई तो इन्हां दा मुकाबला हथियार दा हथियार नाल ही कीते जाएगा। 21 फरवरी नूं उस चाबियां मिलदियां ने, किवाड़ खोलिया जांदा है। 22 फरवरी नूं गवर्नर आउंदा है, चेते रखियो। 10 नूं साका वापरदा फग्गन नूं, 11 फरवरी नूं 11 फग्गन नूं चाबियां मिलदियां ने, 12 फग्गन नूं गवर्नर आउंदा है ते 13 फग्गन शाम तक शहीदां दा संस्कार किया जाता है। चाहिदा ते सी ये समागम 4 दिन चलदे। अंग्रेजी दी तरीकां 20 फरवरी नूं साका वापरिया, 21 फरवरी नूं DC आउंदा है चाबियां दिंदा है, 22 फरवरी नूं गवर्नर आउंदा है, 23 फरवरी नूं सारियां शहीदां दा इकट्ठा संस्कार किया जाता। प्यारिओ अज जिहड़ा दिन चलदे पे ने, इन्हां दिनां दे विच ओह टुकड़े अजे खिलरे होए सन उन्हां शहीदां दे। मैं आप नूं जिहड़ी बेनती करनी चाहना, ध्यान नाल सुनियो, अर्ज है मेरी इच्छा मैं थोड़ा जिहा पिछोकड़ भी जाके बेनती कर सकां। गुरुद्वारा किवें कायम हुंदा है, सानू सब नूं पता है कि सतगुरु साहिबान एक तां साडे कोल इतिहासिक गुरुद्वारे सी कहने, इहदा मतलब इतिहासिक दा अर्थ हुंदा है कि 10 गुरु साहिबानां ने जदों वो शरीर दे विच विचरदे पे ने, उस वक्त उस जगह ते उन्हां दा जे जन्म होया होवे जां उत्थे कोई उपदेश कीता होवे, उन्हां दे चरण पए होण जां अकाल चलाना, ये सीधी जी गल। आगमन वाली थां, गुरु साहिब जी दे उपदेश ते कर्म भूमि वाली थां कह लवां, जिथे शहादत जां ज्योति जो समाए। असीं कहने ये गुरुद्वारे साडे इतिहासक ने। उंज गुरुद्वारा तां गुरुद्वारा ही है, पर उत्थे असीं इतिहासक कहने। ते साडे गुरु ग्रंथ साहिब जी ने इस बारे बाणी च बख्शिश भी की है। वो थां बहुत चंगी भागां वाली सुहावनी है जिथे गुरु दे मुबारक चरण पैंदे ने। सा धरती पई खरियावली जिथे मेरा सतगुर बैठा आए, जां असीं सतगुरु दे बचन पढ़ने, जिथे जाए बहे मेरा सतगुरु सो थान सुहावा राम राजे। जां असीं सतगुरु दे ये बचन पढ़ने कि धन धन
ਸੁਹਾਵਾ ਥਾਨ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ। ਧਨ ਧਨ ਸੁਹਾਵਾ ਸੋ ਸ਼ਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੈ ਵਿਖਾ। ਧਨ ਸੋ ਤੇਰਾ ਥਾਨ ਹੈ। ਅਸੀਂ ਥਾਂ ਦਾ ਜ਼ਿਕਰ ਕਰਨੇ ਕਿ ਉਹ ਥਾਂ ਧੰਤਾ ਜੋਗ। ਭਾਈ ਸਾਹਿਬ ਗੁਰਦਾਸ ਸਾਹਿਬ ਕਹਿੰਦੇ ਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਾ। ਜਿੱਥੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਜਾਣ ਉਹ ਥਾਂ ਪੂਜਨੀਕ ਹੈ, ਉੱਥੇ ਪਰਮਾਤਮਾ ਦੀ ਇਬਾਦਤ ਕਰਦੇ ਨੇ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰਾਂ ਨੇ ਧਰਮਸ਼ਾਲਾ ਸ਼ਬਦ ਵੀ ਵਰਤਿਆ ਤੇ ਗੁਰਦੁਆਰੇ ਸ਼ਬਦ ਦੀ ਵਰਤੋਂ ਕੀਤੀ। ਭਾਵਾਂ ਕਿ ਆਪ ਸਭ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਧਰਮਸ਼ਾਲਾ ਸ਼ਬਦ ਹੀ ਵਰਤਿੰਦਾ ਰਿਹਾ ਹੈ। ਮੈਂ ਬੱਧੀ ਸੱਚ ਧਰਮਸ਼ਾਲ ਹੈ, ਮਹਾਰਾਜ ਨੇ ਸ਼ਬਦ ਵਰਤਿਆ। ਪਰ ਉਂਝ ਗੁਰਦੁਆਰਾ ਸ਼ਬਦ ਜਿਹੜਾ ਹੈ, ਬਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਦੀ ਵਰਤੋਂ ਕੀਤੀ ਹੈ। ਜਿਹੜਾ ਅਸੀਂ ਪਾਠ ਕਰਨੇ ਆ, ਭਾਂਡਾ ਅਤ ਮਲੀਨ ਧੋਤਾ ਖੱਛਾ ਨਾ ਹੋਏ ਸੀ, ਉਸ ਵਿੱਚ ਗੁਰਦੇਵ ਦੀ ਕਹਿੰਦੇ ਨੇ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਗੁਰੂ ਦੁਆਰਾ ਸ਼ਬਦ ਵਰਤੇ। ਆਪ ਆਨੰਦ ਸਾਹਿਬ ਵਿੱਚ ਰੋਜ਼ ਇੱਕ ਬਚਨ ਪੜ੍ਹਦੇ ਹੋ, ਗੁਰੂ ਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਉੱਥੇ ਵੀ ਗੁਰਦੁਆਰਾ ਸ਼ਬਦ ਹੈ। ਗੁਰੂ ਦੁਆਰਾ ਹਮਰਾ ਵਿਆਹ ਜੇ ਹੋਵਾ, ਉੱਥੇ ਵੀ ਸਤਿਗੁਰਾਂ ਨੇ ਗੁਰਦੁਆਰਾ ਸ਼ਬਦ ਵਰਤਿਆ ਹੈ। ਕਿਉਂਕਿ ਮੈਂ ਥੋੜਾ ਜਿਹਾ ਪਿਛੋਕੜ ਵਿੱਚ ਅਰਜ਼ ਕਰਨੀ ਚਾਹਨਾ, ਸਤਿਗੁਰੂ ਸਾਹਿਬਾਨ ਨੇ ਧਰਮ ਅਸਥਾਨ ਦੀ ਬੜੀ ਮਹਾਨਤਾ ਦੱਸੀ। ਪਰ ਇੱਕ ਗੱਲ ਯਾਦ ਰੱਖਿਓ, ਜੇ ਧਰਮ ਅਸਥਾਨ ਤੇ ਬੈਠੇ ਹੋਏ ਲੋਕ ਭ੍ਰਸ਼ਟ ਹੋ ਜਾਣ, ਗੁਰੂ ਨਾਨਕ ਸਾਹਿਬ ਕਹਿੰਦਾ ਕੌਮ ਡੁੱਬ ਜਾਂਦੀ ਹੈ। ਜੇ ਧਰਮ ਅਸਥਾਨ ਤੇ ਸਿਸਟਮ ਭ੍ਰਸ਼ਟ ਹੋ ਜਾਏ, ਜਿਵੇਂ ਆਪਾਂ ਪਾਠ ਕਰਨੇ ਆ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਉਦੋਂ ਕੌਮ ਉਦੋਂ ਲੋਕ ਡੁੱਬ ਜਾਂਦੇ ਨੇ ਜਦੋਂ ਧਰਮ ਅਸਥਾਨ ਤੇ ਬੈਠੇ ਹੋਏ ਲੋਕ ਭ੍ਰਸ਼ਟ ਜਾਣ, ਉਹ ਵਿਚਾਰੀ ਹੋ ਜਾਣ। ਥਾ ਨਸ਼ਟ ਜਗ ਭ੍ਰਸ਼ਟ ਹੋਏ, ਡੂਬਤਾ ਇਵ ਜਗ। ਗੁਰੂ ਸਾਹਿਬਾਨ ਜੀ ਦੇ ਵੇਲੇ ਅਸੀਂ ਹਰਮੰਦਰ ਸਾਹਿਬ ਜੀ ਦਾ ਜ਼ਿਕਰ ਪੜ੍ਹਦੇ ਹਾਂ ਸਾਰੇ, ਪਰ ਮੈਂ ਆਪ ਜੀ ਨੂੰ ਸਿਰਫ ਇਸ ਲਹਿਰ ਨਾਲ ਸੰਬੰਧਿਤ ਕੁਝ ਬੇਨਤੀਆਂ ਕਰਨੀਆਂ। ਸਤਿਗੁਰੂ ਸਾਹਿਬਾਨ ਤੋਂ ਬਾਅਦ ਆਪ ਸਭ ਨੂੰ ਪਤਾ ਹੈ, ਦਸ਼ਮੇਸ਼ ਪਿਤਾ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਹੁੰਦੇ ਆ। ਕੋਈ ਸਮਾਂ ਕੁਝ ਖਿੱਤੇ ਵਿੱਚ ਉਹ ਰਾਜ ਸਥਾਪਿਤ ਕਰਦੇ ਆ, ਇਨਸਾਫ ਕਰਦੇ ਆ, ਜਗੀਰਦਾਰੀ ਪਥਾ ਨੂੰ ਉਹ ਤੋੜਦੇ ਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸ਼ੇਰੇ ਪੰਜਾਬ ਦੇ ਰਾਜ ਤੱਕ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਕਿਹੜਾ ਝੱਖੜ ਹੈ, ਕਿਹੜੀ ਖਨੇਰੀ ਹੈ ਜ਼ੁਲਮ ਦੀ ਜਿਹੜੀ ਸਿੱਖਾਂ ਦੇ ਉੱਤੇ ਨਹੀਂ ਝੁੱਲੀ। ਉਸ ਵਿੱਚ ਬੜੇ ਕਮਾਈਆਂ ਵਾਲੇ ਸਿੱਖ ਸ਼ਹੀਦ ਕੀਤੇ ਜਾਂਦੇ ਆ। ਦੋ ਘੱਲੂਕਾਰੇ ਵਾਪਰਦੇ ਆ, ਜਿਹਨੂੰ ਅਸੀਂ ਇੱਕ ਛੋਟਾ ਘੱਲੂਕਾਰਾ ਕਹਿੰਦੇ ਆ ਤੇ ਇੱਕ ਵੱਡਾ ਘੱਲੂਕਾਰਾ ਕਹਿੰਦੇ ਆ। ਬੇਨਤੀ ਹੈ ਜੀ, ਛੋਟਾ ਘੱਲੂਕਾਰਾ ਕਾਨੋਵਾਨ ਦਾ ਸ਼ੰਭ ਤੇ ਵੱਡਾ ਘੱਲੂਕਾਰਾ ਜਿਹੜਾ ਉਹ ਕੁੱਪਰਖੇੜੇ ਦਾ ਮੈਦਾਨ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕਾਨੋਵਾਨ ਦੇ ਘੱਲੂਆ ਘਾਰੇ 'ਚ ਤਕਰੀਬਨ 10,000 ਤੇ ਕੁੱਪਰਖੇੜੇ ਦੇ ਮੈਦਾਨ ਵਿੱਚ ਇਸ ਵੱਡੇ ਘੱਲੂ ਘਾਰੇ ਦੇ ਵਿੱਚ ਤਕਰੀਬਨ 30,000 ਦੇ ਕਰੀਬ ਸਿੱਖ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਆ। ਉਸ ਵਕਤ ਜਦੋਂ ਸਿੱਖ ਘਰਾਂ 'ਚ ਨਹੀਂ ਸਨ, ਪਿੰਡਾਂ ਥਾਵਾਂ ਤੇ ਸੱਚ ਇਹ ਵੇ ਕਿ ਸਿੱਖਾਂ ਤੇ ਜ਼ੁਲਮ ਦੀ ਖਨੇਰੀ ਚੱਲਦੀ ਪਈ ਸੀ। ਉਸ ਵਕਤ ਜਿਹੜੇ ਸਨ ਉਦਾਸੀ ਸੰਪਰਦਾ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਬਹੁਤ ਵੱਡਾ ਇਹਨਾਂ ਯੋਗਦਾਨ ਪਾਇਆ। ਆਪ ਸਭ ਨੂੰ ਪਤਾ ਹੈ ਕਿ 4 ਸਤਿਗੁਰਾਂ ਨੇ ਧੂਣੇ ਸਥਾਪਿਤ ਕੀਤੇ, ਬਾਲੂ ਹਸਨਾ ਫੂਲ ਅਲਮਸ ਤੇ ਗੋਇੰਦਾ। 6 ਬਖਸ਼ਾਂ ਸਤਿਗੁਰਾਂ ਨੇ ਦਿੱਤੀਆਂ। ਸਮਾਂ ਆਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ, ਜਿਹਨੂੰ ਖਾਲਸਾ ਰਾਜ ਆਪਾਂ ਕਹਿੰਦੇ। ਉਹਨਾਂ ਨੇ ਕੀ ਕੀਤਾ, ਗੁਰਦੁਆਰਿਆਂ ਦੇ ਨਾਮ ਬੜੀਆਂ ਜਾਗੀਰਾਂ, ਬਹੁਤ ਕੁਝ ਗੁਰਦੁਆਰਿਆਂ ਦੇ ਨਾਮ ਜ਼ਮੀਨ ਜਾਇਦਾਦ ਲਾ ਦਿੱਤੀ। ਸਿੱਖ ਰਾਜ ਤੱਕ ਤਾਂ ਇਹ ਕੁਛ ਭੈ ਭਾਵਨੀ ਵਿੱਚ, ਮੈਂ ਕੁਛ ਲਫ਼ਜ਼ ਵਰਤੇ ਭੈ ਭਾਵਨੀ ਵਿੱਚ ਵਰਦੇ ਨੇ, ਪਰ ਜਦੋਂ ਸ਼ੇਰੇ ਪੰਜਾਬ ਦਾ ਰਾਜ ਚਲਾ ਗਿਆ, ਅੰਗਰੇਜ਼ ਆ ਗਿਆ, ਅੰਗਰੇਜ਼ ਨੇ ਇਹ ਗੱਲ ਸੋਚ ਲਈ ਕਿ ਜਿਹੜੇ ਗੁਰਦੁਆਰੇ ਨੇ ਇਹ ਰੂਹਾਨੀਅਤ ਦੇ ਵੀ ਸੋਮੇ ਨੇ। ਮੈਂ ਰਾਤ ਵੀ ਅਰਜ਼ ਕੀਤੀ, ਗੁਰਦੁਆਰਾ ਰੂਹਾਨੀਅਤ ਦਾ ਵੀ ਸੋਮਾ ਹੈ,
ਗੁਰਦੁਆਰਾ ਸੱਚ ਏਵੇ ਕਿ ਸਮਾਜ ਦੀ ਸੇਵਾ ਦਾ ਵੀ ਸੋਮਾ ਹੈ। ਗੁਰਦੁਆਰਾ ਜਿਹੜਾ ਉਹ ਦੁਖੀਆਂ ਦੀ ਬਾਹ ਪੜਨ ਵਾਲੀ ਥਾਂ ਹੈ। ਕੇਵਲ ਇਹ ਸਪਿਰਿਚੁਅਲ ਗੁਣ ਹੀ ਨਹੀਂ, ਇਸ ਰੂਹਾਨੀ ਗੁਣ ਦੀ ਬਦੌਲਤ ਗੁਰਦੁਆਰਾ ਸਾਨੂੰ ਜ਼ੁਲਮ ਦੇ ਵਿਰੋਧ ਵਿੱਚ ਡਟਣ ਦੀ ਵੀ ਸਿੱਖਿਆ ਦਿੰਦਾ ਹੈ। ਇਸ ਬੇਨਤੀ ਨੂੰ ਫਿਰ ਸੁਣਿਓ। ਮੈਂ ਅਰਜ਼ ਕੀਤੀ, ਜਿੱਥੇ ਨਾਮ ਜਪਣ ਦੀ ਗੱਲ ਕਰਦਾ ਹੈ, ਉੱਥੇ ਗੁਰਦੁਆਰਾ ਜਿਹੜਾ ਜ਼ੁਲਮ ਦੇ ਬਰਖਲਾਫ ਸਾਨੂੰ ਡਟਣ ਦੀ ਵੀ ਬਹੁਤ ਵੱਡੀ ਸ਼ਕਤੀ ਦਿੰਦਾ ਹੈ। ਮੈਂ ਤਾਂ ਹੀ ਕਹਿੰਦਾ, ਗੁਰਦੁਆਰੇ ਵਿੱਚ ਦੋ ਚੀਜ਼ਾਂ ਤੁਸੀਂ ਦੇਖਦੇ ਹੋ, ਜਿੱਥੇ ਛਤਰ ਝੁਲਦੇ ਹੁੰਦੇ ਆ, ਜਿੱਥੇ ਚੰਦੋਏ ਲੱਗੇ ਆ, ਉਹਦੇ ਨਾਲ ਨਾਲ ਸ਼ਸਤਰ ਵੀ ਪਏ ਹੋਏ ਆ। ਗੁਰਦੁਆਰੇ ਵਿੱਚ ਦੇਗ ਤੇ ਤੇਗ ਦੋਨੋਂ ਇਕੱਠੇ ਮਿਲਣਗੇ। ਜੇ ਛਕਣ ਵਾਸਤੇ ਦੇਗ ਮਿਲੇਗੀ ਤੇ ਯਾਦ ਰੱਖਿਓ ਉਹਦੇ ਨਾਲ ਤੇਗ ਮਿਲੇਗੀ। ਸਿਆਣੇ ਲੋਕ ਇਸ ਗੱਲ ਨੂੰ ਸਮਝਦੇ ਆ। ਮੈਂ ਬੇਨਤੀ ਕਰਾਂ, ਅੰਗਰੇਜ਼ ਹਕੂਮਤ ਦੇ ਵੇਲੇ ਜਿਹੜੇ ਮਹੰਤ ਸਨ, ਵੈਸੇ ਮਹੰਤ ਦਾ ਲਫ਼ਜ਼ੀ ਅਰਥ ਹੁੰਦਾ ਸ੍ਰੇਸ਼ਟ, ਉੱਤਮ, ਚੰਗਾ। ਜਿਵੇਂ ਮਸੰਦ ਸ਼ਬਦ ਹੈ, ਮਸੰਦ ਲਫ਼ਜ਼ ਮਾੜਾ ਨਹੀਂ। ਜਦੋਂ ਇਸ ਸ਼ਬਦ ਦੇ ਥੱਲੇ ਕੋਈ ਪਾਪ ਕਰਨ ਲੱਗ ਪਵੇ, ਉਸ ਨੂੰ ਫਿਰ ਕਹਿੰਦੇ ਆ, ਅੱਜ ਕੱਲ ਉਹ ਇੰਨਾ ਭ੍ਰਸ਼ਟਿਆ ਗਿਆ ਸ਼ਬਦ, ਮਸਨਦ ਸ਼ਬਦ ਤੋਂ ਬਣਿਆ, ਜਿਹਦਾ ਅਰਥ ਹੈ ਗੱਦੀ ਤੇ ਬੈਠਣ ਵਾਲਾ। ਅੰਗਰੇਜ਼ ਹਕੂਮਤ ਨੇ ਦੇਖਿਆ ਜ਼ਮੀਨ ਜਾਇਦਾਦਾਂ ਬਹੁਤ ਸਨ, ਸਿੱਖ ਜਿਹੜੇ ਸਨ ਉਹਨਾਂ ਵਿੱਚ ਇੰਨੀ ਜਾਗਰੂਕਤਾ ਵੀ ਨਹੀਂ ਸੀ, ਰਾਜ ਭਾਗ ਜਾ ਚੁੱਕਾ ਸੀ, ਗੁਲਾਮੀ ਦੇ ਸੰਗਲ ਗਲ ਪੈ ਚੁੱਕੇ ਸਨ। ਗੋਰਾ ਬੜਾ ਤੇਜ਼ ਸਿਆਣਾ ਸੀ ਬ੍ਰਿਟਿਸ਼ ਹਕੂਮਤ, ਉਹਨੇ ਇਹਨਾਂ ਮਹੰਤਾਂ ਨੇ ਉਹਨਾਂ ਨਾਲ ਨੇੜਤਾ ਬਣਾ ਲਈ। ਇਹਨਾਂ ਨੇ ਫਿਰ ਸੱਚ ਐਵੇਂ ਜ਼ਮੀਨਾਂ ਜਾਇਦਾਦ ਪੈਸਾ ਇੰਨਾ ਕੁ, ਇਹਨਾਂ ਲੋਕਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ। ਮੈਂ ਸਾਰੇ ਨਹੀਂ ਕਹਾਂਗਾ, ਕਈ ਚੰਗੇ ਵੀ ਸਨ, ਪਰ ਬਹੁ ਗਿਣਤੀ 'ਚ ਇਹ ਲੋਕ ਵੀ ਵਿਚਾਰੀ ਹੋ ਗਏ, ਕੁਕਰਮੀ ਹੋ ਗਏ, ਆਪਣੀਆਂ ਮਨ ਮਰਜ਼ੀਆਂ ਕਰਨ ਲੱਗ ਪਏ। ਮੈਂ ਸ਼ੁਰੂਆਤ ਕਰਨੀ ਚਾਹਨਾ ਸ਼੍ਰੀ ਹਰਿਮੰਦਰ ਸਾਹਿਬ ਤੋਂ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਉਹਨਾਂ, ਮੈਂ ਸੁਣ ਰਿਹਾ ਸੌਦਨ ਇਹਦਾ ਜ਼ਿਕਰ ਕੀਤਾ ਸੀ। ਜਿਹੜਾ ਹਰਿਮੰਦਰ ਸਾਹਿਬ ਹੈ, ਅਕਾਲ ਤਖਤ ਸਾਹਿਬ ਹੈ, ਤੇ ਬਾਬਾ ਅਟਲ ਜੀ, ਤੇ ਚੌਥਾ ਗੁਰਦੁਆਰਾ ਤਰਨ ਤਾਰਨ ਸਾਹਿਬ, ਇਹ ਚਾਰ ਸਥਾਨ ਜਿਹੜੇ ਨੇ ਇਹ ਸਰਬਰਾਹ ਅਰੂੜ ਸਿੰਘ ਦੇ ਥੱਲੇ ਸਨ। ਚਲੋ ਮੈਂ ਲਫ਼ਜ਼ ਸਾਰੇ ਵਰਤੀ ਜਾਵਾਂਗਾ, ਜ਼ਿਆਦਾ ਡਿਟੇਲ ਨਾਲ ਨਹੀਂ। ਅਰੂੜ ਸਿੰਘ ਸਰਬਰਾਹ ਸੀ ਹਰਿਮੰਦਰ ਸਾਹਿਬ ਦਾ ਪ੍ਰਬੰਧ, ਅਕਾਲ ਤਖਤ ਸਾਹਿਬ ਦਾ ਪ੍ਰਬੰਧ, ਬਾਬਾ ਅਟਲ ਜੀ ਦਾ ਪ੍ਰਬੰਧ, ਤੇ ਤਰਨ ਤਾਰਨ ਸਾਹਿਬ ਦਾ। ਬੰਦਾ ਇੱਕ ਸੀ ਸਰਬਰਾਹ, ਪਰ ਪੁਜਾਰੀ ਜਿਹੜੇ ਸਨ ਉਹ ਚਾਰ ਸਨ। ਅਰੂੜ ਸਿੰਘ ਬਾਰੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹਨੇ ਜਨਰਲ ਡਾਇਰ ਨੂੰ, ਜਲਿਆਂ ਵਾਲੇ ਬਾਗ ਜਿਹਨੇ ਗੋਲੀ ਚਲਾਈ, ਬੇਗੁਨਾਹ ਜਿਹੜੇ ਪੰਜਾਬੀ ਸਨ, ਵਿੱਚ ਸਿੱਖ ਸਨ, ਹਿੰਦੂ ਸਨ, ਸਾਰਿਆਂ ਦਾ ਉਹਨੇ ਘਾਤ ਕੀਤਾ, ਉਹਨੂੰ ਸਰਪਾਉ ਦਿੱਤਾ। ਤੁਸੀਂ ਇੱਕ ਉਦਾਹਰਨ ਸੁਣਿਓ, ਕਿੰਨੇ ਕੁ ਲੋਕ ਨਿੱਗਰ ਚੁੱਕੇ ਸਨ। ਮੈਂ ਇੱਕ ਬੇਨਤੀ ਕਰਾਂਗਾ, ਤਾਕਤ ਵਾਲੇ, ਕੁਰਸੀਆਂ ਵਾਲੇ, ਪੈਸਿਆਂ ਵਾਲੇ ਜ਼ੋਰ ਨਾਲ, ਪ੍ਰਭਾਵ ਨਾਲ, ਆਪਣੀ ਸ਼ਕਤੀ ਨਾਲ ਫੈਸਲੇ ਬਦਵਾ ਦਿੰਦੇ ਆ, ਫੈਸਲੇ ਕਰਾ ਦਿੰਦੇ ਆ। ਵਕਤੀ ਤੌਰ ਤੇ ਉਹਨਾਂ ਦੀ ਚੱਲ ਜਾਏਗੀ, ਪਰ ਇਤਿਹਾਸ ਦੀ ਕਲਮ ਉਹਨਾਂ ਨੂੰ ਕਦੀ ਮਾਫ ਨਹੀਂ ਕਰਦੀ ਹੁੰਦੀ। ਇਤਿਹਾਸ ਕਦੀ ਉਹਨਾਂ ਨੂੰ ਮਾਫ ਕਰੂਗਾ? ਮੈਂ ਹੁਣ ਅਰੂੜ ਸਿੰਘ ਦੀ ਗੱਲ ਕਰਨ ਲੱਗਾ। ਸਰਬਰਾਹ ਹੈ, ਜਨਰਲ ਡਾਇਰ ਆਉਂਦਾ ਹੈ, ਉਹਨਾਂ ਨੂੰ ਕਹਿੰਦਾ ਜੀ ਤੁਸੀਂ ਅੰਮ੍ਰਿਤ ਛਕ ਲਓ। ਬਸ ਇਹ ਮੈਂ ਹਵਾਲਾ ਲਿਆ ਸੋਹਣ ਸਿੰਘ ਜੋਸ਼ ਦੀ ਕਿਤਾਬ ਅਕਾਲੀ ਮੋਰਚਿਆਂ ਦਾ ਇਤਿਹਾਸ। ਮੈਂ ਥੋੜਾ ਜਿਹਾ ਜ਼ਿਕਰ ਪੁਸਤਕਾਂ ਦਾ ਤਾਂ ਕਰੀ ਜਾਵਾਂਗਾ ਕਿਉਂਕਿ ਕਿਤੇ ਇਹ ਨਾ ਹੋਵੇ ਕਿ ਸ਼ਾਇਦ ਮਨ ਘੜਤ ਗੱਲਾਂ ਨੇ। ਅਰੂੜ ਸਿੰਘ ਕਹਿੰਦਾ ਜੀ ਤੁਸੀਂ ਸਿੱਖ ਬਣ ਜਾਓ, ਅੰਮ੍ਰਿਤ ਛਕ, ਤੁਸੀਂ ਸਿੱਖ ਬਣ ਜਾਓ। ਜਨਰਲ ਡਾਇਰ ਕਹਿੰਦਾ ਕਿ ਮੈਂ ਵਾਲ ਨਹੀਂ ਉਗਾ ਸਕਦਾ, ਇਹ ਸ਼ਬਦ ਕਹਿੰਦਾ, ਮੈਂ ਵਾਲ ਨਹੀਂ ਵਧਾ ਸਕਦਾ। ਅਰੂੜ ਸਿੰਘ ਕਹਿੰਦਾ ਕੋਈ ਨਹੀਂ ਜੀ, ਤੁਹਾਨੂੰ ਕੇਸ ਰੱਖਣ ਦੀ ਅਸੀਂ ਮਾਫੀ ਦਵਾ ਦੇਵਾਂਗੇ। ਤੁਸੀਂ ਇਹ ਹਿਸਾਬ ਲਾ ਲਓ ਕਿਉਂ ਇੰਨਾ ਕੁਝ ਵਾਪਰਿਆ, ਤੈਨੂੰ ਮਾਫੀ ਦਵਾ ਦੇਵਾਂਗੇ। ਅਗਲੀ ਗੱਲ, ਸਿਗਰਟ ਛੱਡ ਦੇਂਗਾ? ਕਹਿੰਦਾ ਨਹੀਂ, ਮੈਂ ਸਿਗਰਟ ਨਹੀਂ ਛੱਡ ਸਕਦਾ। ਇੰਨੇ ਕੁ ਨਿੱਗਰ ਗਏ। ਜੋਸ਼ ਲਿਖਦਾ, ਕਹਿਣ ਲੱਗੇ ਪੁਜਾਰੀ ਚਲੋ ਕੋਈ ਗੱਲ ਨਹੀਂ, ਸਾਲ 'ਚ ਇੱਕ ਅੱਧੀ ਪੀ ਲਿਆ ਕਰਿਆ ਜੇ। ਤੁਸੀਂ ਇਹ ਹਿਸਾਬ ਲਾ ਲਓ, ਇਹ ਰਹਿਤ ਹੈ, ਇਹ ਸਿੱਖਿਆ। ਮੈਂ ਸਿਰਫ ਇੱਕ ਉਦਾਹਰਨ ਤੁਹਾਨੂੰ ਦਿੱਤੀ। ਅਰੂੜ ਸਿੰਘ ਦਾ ਪ੍ਰਬੰਧ ਸੀ ਦਰਬਾਰ ਸਾਹਿਬ, ਤਰਨ ਤਾਰਨ ਸਾਹਿਬ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅਕਾਲ ਤਖਤ ਸਾਹਿਬ ਤੇ ਬਾਬਾ ਅਟਲ ਜੀ। ਇੱਥੇ ਜਿਹੜੇ ਪੁਜਾਰੀ ਸਨ, ਜਿੱਥੋਂ ਮੁੱਢ ਬੁੱਝਦਾ, ਉਂਝ ਵੈਸੇ ਜਿਹੜਾ ਮੁੱਢ ਹੈ ਇਹ ਬਾਬੇ ਦੀ ਬੇਰ ਤੋਂ ਸ਼ੁਰੂ ਹੁੰਦਾ ਹੈ, ਇਹ ਸਿਆਲਕੋਟ ਤੋਂ ਸ਼ੁਰੂ ਹੁੰਦਾ ਹੈ। ਉੱਥੋਂ ਦਾ ਮਹੰਤ ਮਰਦਾ ਹੈ ਤੇ ਉਸ ਤੋਂ ਬਾਅਦ ਉਹਦਾ ਪੁੱਤਰ ਅੱਗੇ ਬਿਠਾਇਆ ਜਾਂਦਾ ਹੈ, ਉਹ ਬਾਲਗ ਨਹੀਂ,
ਤੇ ਉਹਦਾ ਜਿਹੜਾ ਗਾਰਡੀਅਨ ਹੈ ਜਾਂ ਉਹਦਾ ਸਹਾਇਕ ਹੈ, ਉਹਦਾ ਨਾਮ ਗੰਡਾ ਸਿੰਘ ਤੀ। ਉਹ ਪਤਤ ਸੀ। ਸਿੱਖਾਂ ਵਿੱਚ ਇਸ ਗੱਲ ਦਾ ਰੌਲਾ ਪੈਂਦਾ, ਉਹ ਸ਼ਰਾਬ ਵੀ ਪੀਂਦਾ ਤੇ ਜਦੋਂ ਸਿੱਖ ਜਾਂਦੇ ਨੇ ਉਹਦਾ ਪੁੱਤਰ ਪਿਸਤੌਲ ਵੀ ਲੈ ਕੇ ਸੰਗਤਾਂ ਨੂੰ ਪੈਂਦਾ। ਬਾਬੇ ਦੀ ਬੇਰ ਦਾ ਕਬਜ਼ਾ ਸਿੱਖਾਂ ਨੂੰ ਮਿਲਿਆ। ਜਿਹੜਾ ਹਰਮੰਦਰ ਸਾਹਿਬ ਦਾ ਸਿਸਟਮ ਸੀ, ਇਹ ਆਪ ਜੀ ਨੂੰ ਉਸ ਦਿਨ ਦੱਸਿਆ ਵੀ ਹੈ ਕਿ ਅਸਲ 'ਚ ਇੱਥੇ 9 ਵਜੇ ਤੱਕ, ਸਵੇਰ ਦੇ 9 ਵਜੇ ਤੱਕ, ਕਿਉਂ ਦੇਗ ਬਾਹਰੋਂ ਆਉਂਦੀ ਸੀ ਜੀ। ਅੱਗੇ ਪਹਿਲਾਂ ਤੁਹਾਨੂੰ ਪਤਾ ਹੈ ਜਦੋਂ ਸ਼੍ਰੋਮਣੀ ਕਮੇਟੀ ਆਈ ਤੇ ਦੇਗ ਦਾ ਪ੍ਰਬੰਧ ਇੱਥੋਂ ਹੋਇਆ, ਪਹਿਲਾਂ ਬਾਹਰੋਂ ਵੀ ਦੇਗ ਆਉਂਦੀ ਸੀ। ਇੱਥੇ 9 ਵਜੇ ਸਵੇਰ ਤੱਕ ਜਿਹੜੀ ਦੇਗ ਹੈ ਉਹ ਸਿਰਫ ਉਹਨਾਂ ਲੋਕਾਂ ਦੀ ਚੜ ਸਕਦੀ ਸੀ ਪਹਿਲਾਂ ਵੀ ਜਿਹੜੇ ਜਿਨ੍ਹਾਂ ਨੂੰ ਅਖੌਤੀ ਅਛੂਤ ਜਾਤੀ ਕਹਿੰਦੇ ਆ, ਮੈਂ ਇਹ ਲਫ਼ਜ਼ ਨਹੀਂ ਵਰਤਾਂਗਾ, ਜਿਨ੍ਹਾਂ ਨੂੰ ਮਜਬੀ ਬਾਲਮੀਕੀ ਜਾਂ, ਉਹ ਸਿਰਫ 9 ਵਜੇ ਤੱਕ ਉਹਨਾਂ ਦੀ ਦੇਗ ਚੜ ਸਕਦੀ ਹੈ। 9 ਵਜੇ ਤੋਂ ਬਾਅਦ ਉਹਨਾਂ ਦੀ ਦੇਗ ਪ੍ਰਵਾਨ ਨਹੀਂ ਸੀ ਕੀਤੀ ਜਾ ਸਕਦੀ। ਮੈਂ ਪਿਛਲੀ ਵਾਰੀ ਗੁਰੂ ਰਾਮਦਾਸ ਜੀ ਦੇ ਪੁਰਬ ਤੇ ਜਦੋਂ ਆਇਆ ਇੱਕ ਬੇਨਤੀ ਕੀਤੀ ਸੀ। ਕਈ ਵਾਰੀ ਪ੍ਰਮਾਤਮਾ, ਕਈ ਵਾਰੀ ਕਿ ਉਹ ਬਖਸ਼ਿਸ਼ ਜਦੋਂ ਕਰਦਾ ਹੈ, ਪਤਾ ਨਹੀਂ ਕਿਸ ਦੇ ਕੰਡ ਤੇ ਥਾਪੜਾ ਦੇ ਕੇ ਉਹਦੇ ਤੋਂ ਸੇਵਾ ਕਰਾ ਕੇ ਉਹਨੇ ਨਵੀਂ ਤਵਾਰੀਖ ਬਣਾ ਦੇਣੀ ਹੈ, ਨਵਾਂ ਇਤਿਹਾਸ ਸਿਰਜਣਾ ਹੈ। ਇੱਥੇ ਮੈਂ ਬੇਨਤੀ ਕੀਤੀ ਸੀ 10-11 ਅਕਤੂਬਰ 1920, ਯਾਦ ਰੱਖਿਓ ਇਹ ਘਟਨਾ 1920 ਦੀ ਹੈ। ਅਰੂੜ ਸਿੰਘ ਸਰਬਰਾਹ ਹੈ, ਕੋਈ ਹਿਸਾਬ ਕਿਤਾਬ ਨਹੀਂ ਸਨ ਦਿੰਦੇ, ਕੋਈ ਆਕੜ ਜਾਂਦੇ ਹੁੰਦੇ ਸਨ। ਇੱਥੇ ਆ ਜਿਹੜਾ ਜੱਲਿਆਂਵਾਲਾ ਬਾਗ ਹੈ, ਇੱਥੇ ਗੁਰਮਤਿ ਸਮਾਗਮ ਰੱਖਿਆ ਗਿਆ। ਉਸ ਜਥੇਬੰਦੀ ਦਾ ਨਾਮ ਸੀ ਖਾਲਸਾ ਬਿਰਾਦਰੀ। ਆਪ ਜੀ ਨੂੰ ਥੋੜਾ ਜਿਹਾ ਜ਼ਿਕਰ ਸਿੰਘ ਸਾਹਿਬ ਕਰ ਗਏ ਸਨ। ਸਰਦਾਰ ਮਹਿਤਾਬ ਸਿੰਘ ਬੀਰ ਇਹ ਆਗੂ ਸੀ ਇਸ ਸਾਰੇ ਸਮਾਗਮ ਦਾ। ਤੇ ਮੈਂ ਉਸ ਦਿਨ ਇਹ ਬੇਨਤੀ ਕੀਤੀ ਸੀ, ਮੈਨੂੰ ਯਾਦ ਹੈ ਕਿ ਫਲੌਰ ਤੋਂ ਰਾਹ 'ਚ ਆਉਂਦਾ ਇੱਕ ਪਿੰਡ ਬਕਾਪੁਰ, ਉੱਥੋਂ ਦਾ ਇੱਕ ਮੌਲਵੀ ਹੋਇਆ ਕਰੀਮ ਬਖਸ਼। ਮੈਂ ਸਿਰਫ ਸੰਖੇਪ ਜੀ ਅਰਜ਼ ਕਰਾਂਗਾ। ਉਹ ਜਾਂਦਾ ਸੀ ਪੜ੍ਹਾਉਣ ਵਾਸਤੇ, ਰਸਤੇ ਵਿੱਚ ਨਿਰਮਲੇ ਸਾਧੂਆਂ ਦਾ ਡੇਰਾ ਸੀ, ਚੰਗੇ ਬੰਦੇ ਬੜੇ ਨੇ। ਉਹਨਾਂ ਦੀ ਸੰਗਤ ਕਰਕੇ ਅਸਰ ਹੋਇਆ, ਜਪਜੀ ਸਾਹਿਬ ਪੜ੍ਹਨ ਲੱਗ ਗਿਆ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਿਆ। ਜੋ ਇਤਿਹਾਸ ਸਾਨੂੰ ਦੱਸਦਾ ਹੈ ਕਿ ਉਸ ਨੇ ਅੰਮ੍ਰਿਤ ਦੀ ਦਾਤ ਲਈ, ਉਹ ਕਰੀਮ ਬਖਸ਼ ਤੋਂ ਭਾਈ ਲਖਬੀਰ ਸਿੰਘ ਬਣ ਗਿਆ, ਜਿਹਨੂੰ ਸੰਤ ਲਖਬੀਰ ਸਿੰਘ ਕਹਿੰਦੇ ਸਨ। ਉਹਨਾਂ ਦੇ ਬੱਚਿਆਂ ਨੇ ਵੀ ਅੰਮ੍ਰਿਤ ਛਕਿਆ। ਉਹਨਾਂ ਦੇ ਬੇਟਿਆਂ ਵਿੱਚੋਂ ਜਿਹੜਾ ਬੇਟਾ ਮਹਿਤਾਬ ਸਿੰਘ ਹੈ, ਇਹ ਉਹਨਾਂ ਦਾ ਬੇਟਾ ਅੰਮ੍ਰਿਤ ਛਕ ਕੇ ਭਾਈ ਮਹਿਤਾਬ ਸਿੰਘ ਬਣਦਾ। ਜਦੋਂ ਅੰਮ੍ਰਿਤ ਸੰਚਾਰ ਹੋਇਆ, ਉਹਦੇ ਵਿੱਚ ਬਾਬੂ ਤੇਜਾ ਸਿੰਘ ਜੀ ਪਸੌੜੀਏ, ਇਹ ਸਾਰੇ ਸ਼ਾਮਲ ਹੋਏ ਸਨ। ਪ੍ਰੋਬਲਮ ਇਹ ਸੀ, ਉਹ ਮੁਸਲਮਾਨ ਤੋਂ ਸਿੱਖ ਬਣੇ ਆ, ਪਰ ਇੱਥੋਂ ਦੇ ਪੁਜਾਰੀ ਜਿਹੜੇ ਨੇ ਉਹ ਨੀਵੀਂ ਜ਼ਾਤ ਵਾਲਿਆਂ ਦੀ ਦੇਗ ਨਹੀਂ ਸਨ ਪ੍ਰਵਾਨ ਕਰਦੇ 9 ਵਜੇ ਤੋਂ ਬਾਅਦ। ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ, ਗੁਰਮਤ ਵਿੱਚ ਜਾਤ ਦੇ ਆਧਾਰ ਤੇ ਨਾ ਕੋਈ ਨੀਵਾਂ ਹੈ ਤੇ ਨਾ ਕੋਈ ਉੱਚਾ ਹੈ, ਨਾ ਜਨਮ ਦੇ ਆਧਾਰ ਤੇ ਕੋਈ ਨੀਵਾਂ ਹੈ ਤੇ ਉੱਚਾ ਹੈ। ਗੁਰਮਤ ਵਿੱਚ ਸਿਰਫ ਤਾਂ ਸਿਰਫ ਕਰਮ ਦੇ ਆਧਾਰ ਤੇ ਬੰਦਾ ਉੱਚਾ ਤੇ ਨੀਵਾਂ ਹੁੰਦਾ ਹੈ। ਜੇ ਚਮਾਰ ਕਰ ਪੈਦਾ ਹੋ ਕੇ, ਵਾਹਿਗੁਰੂ ਮੈਂ ਜਾਤ ਤੇ ਅਟੈਕ ਨਹੀਂ ਕਰ ਰਿਹਾ, ਨੀਵੀਂ ਜ਼ਾਤ ਜਿਹਨੂੰ ਕਹਿੰਦੇ ਆ, ਜੇ ਕਿਸੇ ਚੰਡਾਲ ਕਰ ਪੈਦਾ ਹੋ ਕੇ, ਕਿਸੇ ਘਰ 'ਚ ਪੈਦਾ ਹੋ ਕੇ ਉਹ ਇਬਾਦਤ ਕਰਦਾ, ਬੰਦਗੀ ਕਰਦਾ, ਉਹ ਬ੍ਰਾਹਮਣ ਹੈ, ਉਹ ਉੱਚੀ ਜ਼ਾਤ ਵਾਲਾ ਹੈ। ਤੇ ਜਿਹੜਾ ਉੱਚੇ ਘਰ 'ਚ ਪੈਦਾ ਹੋ ਕੇ ਗੰਦੇ ਕਰਮ ਕਰਦਾ, ਚੇਤੇ ਰੱਖਿਓ ਉਦੋਂ ਵੱਡਾ ਚੰਡਾਲ ਹੀ ਕੋਈ ਨਹੀਂ। ਇੱਥੇ ਕਰਮਾਂ ਦੇ ਆਧਾਰ ਤੇ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਇੱਥੇ ਸਮਾਗਮ ਹੋਇਆ। ਪਹਿਲੇ ਦਿਨ ਤਾਂ ਸੱਚੀ ਸਿੱਖ ਨਹੀਂ ਜੇ ਆਏ, 10 ਤੇ 11-12 ਅਕਤੂਬਰ ਦੇ ਨਜ਼ਦੀਕ। ਦੂਜੇ ਦਿਨ ਫਿਰ ਅੰਮ੍ਰਿਤ ਸੰਚਾਰ ਤੋਂ ਬਾਅਦ ਇਹ ਸਿੰਘ ਜਿਹੜੇ ਨੇ ਦੇਗ ਲੈ ਕੇ ਹਰਮੰਦਰ ਸਾਹਿਬ ਆਏ, ਜਿੱਥੋਂ ਇਹ ਮੁੱਢ ਵੱਜਦਾ ਸਾਡੇ ਗੁਰਦੁਆਰੇ ਸੁਧਾਰ ਦਾ, ਕਿਉਂਕਿ ਅੰਮ੍ਰਿਤਸਰ ਜੀ ਦੀ ਸੇਵਾ ਹੋਣੀ, ਸਿੱਖਾਂ ਕੋਲ ਆਉਣੀ ਬਹੁਤ ਜ਼ਰੂਰੀ ਸੀ। ਉਸ ਵਕਤ ਦੇਗ ਲੈ ਕੇ ਆਏ, ਇੱਥੇ ਰੌਲਾ ਪੈ ਗਿਆ। ਇਸ ਵਿੱਚ ਬਾਬਾ ਹਰਕ੍ਰਿਸ਼ਨ ਜੀ, ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਜੀ, ਪ੍ਰੋਫੈਸਰ ਨਿਰੰਜਨ ਸਿੰਘ ਜੀ, ਤੇਜਾ ਸਿੰਘ ਜੀ, ਇਹਨਾਂ ਨੇ ਆ ਕੇ ਪੁਜਾਰੀਆਂ ਨੂੰ ਇਹ ਸ਼ਬਦ ਕਹੇ ਵੀ ਤੁਸੀਂ ਇਹਨਾਂ ਦੀ ਦੇਗ ਦੀ ਅਰਦਾਸ ਕਰੋ। ਉਸ ਵਕਤ ਗ੍ਰੰਥੀ ਸਾਹਿਬ ਜਿਹੜੇ ਸਨ, ਉਹ ਤਾਬਿਆ ਜਿਹੜੇ ਬੈਠੇ ਸਨ, ਉਹਨਾਂ ਦਾ ਨਾਮ ਭਾਈ ਗੁਰਬਚਨ ਸਿੰਘ ਸੀ। ਮੈਂ ਇੱਕ ਘਟਨਾ 1920 ਦਾ ਜ਼ਿਕਰ ਕਰ ਰਿਹਾ। ਉਹਨਾਂ ਕਿਹਾ ਜੀ ਇਹਨਾਂ ਦੀ ਦੇਗ ਪ੍ਰਵਾਨ ਕਰੋ, ਅਰਦਾਸ ਕਰੋ। ਅੱਗੋਂ ਉੱਤਰ ਮਿਲਿਆ ਜੀ ਨਹੀਂ, ਇਹਨਾਂ ਦੀ ਦੇਗ ਦਾ ਸਮਾਂ ਨਿਕਲ ਚੁੱਕਾ, ਇਹ ਸ਼ੂਦਰ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ।
ਅਜੇ ਇਹ ਗੱਲਬਾਤ ਚੱਲ ਰਹੀ ਸੀ ਤੇ ਪ੍ਰੋਫੈਸਰ ਨਿਰੰਜਨ ਸਿੰਘ ਲਿਖਦੇ ਆ, ਇੰਨੀ ਦੇਰ ਨੂੰ ਬਾਹਰੋਂ ਜੈਕਾਰਿਆਂ ਦੀ ਆਵਾਜ਼ ਸੁਣਾਈ ਦਿੱਤੀ। 5 ਜੈਕਾਰੇ ਗਜਾਏ ਗਏ। ਉਹ ਗਜਾਣ ਵਾਲੇ ਸਨ ਤੇਜਾ ਸਿੰਘ ਚੂੜਕਾਣਾ ਤੇ ਸਰਦਾਰ ਕਰਤਾਰ ਸਿੰਘ ਝੱਬਰ। ਇਹ ਜੈਕਾਰੇ ਬੁਲਾਉਂਦੇ ਹੋਏ ਅੰਦਰ ਆ ਗਏ। ਅੰਦਰ ਕਹਿੰਦੇ ਨੇ ਕੀਰਤਨ ਰੁਕ ਗਿਆ। ਉਸ ਵਕਤ ਜਦੋਂ ਵਾਰਤਾਲਾਪ ਚੱਲਿਆ ਵੀ ਤੁਸੀਂ ਇਹਨਾਂ ਦੀ ਦੇਖ ਕਿਉਂ ਨਹੀਂ ਸਵੀਕਾਰ ਕਰਦੇ, ਅੰਮ੍ਰਿਤ ਛਕ ਲਿਆ, ਗੁਰੂ ਗੋਬਿੰਦ ਸਿੰਘ ਦੀ ਰਹਿਤ ਬੈਤ ਦੇ ਧਾਰਨੀ ਗੁਰਮਤ ਜਿਹੜੀ ਏ ਉਹ ਸਿੱਖੀ ਨੂੰ ਮੰਨਦੀ ਏ, ਜਾਤ ਪਾਤ ਨੂੰ ਨਹੀਂ। ਅੱਗੋਂ ਪੁਜਾਰੀ ਨੇ ਉੱਤਰ ਦਿੱਤਾ, ਇਹ ਗੱਲਾਂ ਤੁਸੀਂ ਕਿਸੇ ਹੋਰ ਨੂੰ ਸਮਝਾਇਓ, ਸਾਨੂੰ ਕੋਈ ਪਤਾ ਨਹੀਂ ਕੀ ਕਹਿੰਦਾ ਗੁਰੂ ਗ੍ਰੰਥ ਸਾਹਿਬ, ਜਿਵੇਂ ਟੀਚਰ ਬੰਦਾ ਕਰਦਾ। ਇੱਥੇ ਫਿਰ ਤੇਜਾ ਸਿੰਘ ਚੂੜਕਾਣਾ ਜੋਸ਼ ਕਹਿੰਦਾ ਹੈ, ਅਨਪੜ੍ਹ ਜਿਹਾ ਬੰਦਾ ਸੀ ਜੀ, ਉਹਨੇ ਸਿੱਧੀ ਗੱਲ ਕਹੀ ਵੀ ਅਸੀਂ ਪਿੰਡਾਂ 'ਚ ਰਹਿਣ ਵਾਲੇ ਹਾਂ, ਮੱਝ ਗਾਂ ਜੇ ਨਾ ਮਿਲੇ ਅਸੀਂ ਵੰਡਾ ਪਾ ਕੇ ਵੜੇਵੇਂ ਪਾ ਕੇ ਚੋ ਲੈਂਦੇ ਹਾਂ, ਜੇ ਨਾ ਮਿਲਦੀ ਦਿਸੇ ਵੰਡੇ ਵੜੇਵੇਂ ਨਾਲ ਫਿਰ ਅਸੀਂ ਰੱਸੀ ਪਾ ਕੇ ਵੀ ਚੋ ਲੈਂਦੇ ਹਾਂ। ਜਾਂ ਪੁਜਾਰੀਓ ਬੰਦੇ ਬਣ ਜਾਓ, ਪ੍ਰੇਮ ਨਾਲ ਮੰਨ ਜਾਓ, ਨਹੀਂ ਤੇ ਤੁਹਾਡੀ ਦੂਜੀ ਦੁਆ ਵੀ ਕਰਾਂਗੇ। ਮੈਂ ਬੇਨਤੀ ਕਰਾਂ, ਉਹ ਸ਼ਬਦ ਸਾਰੇ ਲਿਖੇ ਹੋਏ ਆ। ਮੁੱਕਦੀ ਗੱਲ ਕੀ, ਜਦੋਂ ਝਗੜਾ ਵੱਧਦਾ ਦਿਸਿਆ, ਇੱਥੇ ਫਿਰ ਫੈਸਲਾ ਹੋ ਗਿਆ, ਤੇਜਾ ਸਿੰਘ ਪੁੱਚਰ, ਕਰਤਾਰ ਸਿੰਘ ਝੱਬਰ, ਤੇਜਾ ਸਿੰਘ ਚੂੜਕਾਣਾ, ਪ੍ਰਿੰਸੀਪਲ ਬਾਬਾ ਹਰਕਿਸ਼ਨ ਸਿੰਘ ਜੀ, ਪ੍ਰਿੰਸੀਪਲ ਵੈਗਰੂ ਪ੍ਰੋਫੈਸਰ ਨਿਰੰਜਨ ਸਿੰਘ ਜੀ। ਫਿਰ ਇਹ ਫੈਸਲਾ ਹੋਇਆ ਵੀ ਇੰਜ ਕੰਮ ਕਰੋ, ਗੁਰੂ ਗ੍ਰੰਥ ਸਾਹਿਬ ਕੋਲ ਅਰਦਾਸ ਕਰ ਲਓ, ਜੋ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਦੇ ਦੇਗਾ ਆਪਾਂ ਉਹਨੂੰ ਸਵੀਕਾਰ ਲਵਾਂਗੇ। ਦੋਵੇਂ ਧਿਰਾਂ ਉੱਥੇ ਜੀ ਫਿਰ ਅਰਦਾਸ ਕੀਤੀ ਗਈ। ਅਰਦਾਸੀਏ ਨਹੀਂ ਕੀਤੀ, ਪ੍ਰੋਫੈਸਰ ਸਾਹਿਬਾਂ ਨੇ ਅਰਦਾਸ ਕੀਤੀ ਗਲ 'ਚ ਪੱਲਾ ਪਾ ਕੇ, ਹੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਗੁਰਮਤ ਅਨੁਸਾਰ, ਹੇ ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਸੱਜਣ ਅੱਜ ਸਿੱਖੀ 'ਚ ਪ੍ਰਵੇਸ਼ ਹੋਏ, ਅੰਮ੍ਰਿਤ ਦੀ ਦਾਤ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਤ ਨੂੰ ਮੰਨੇ ਸਵੀਕਾਰ ਕੀਤਾ, ਪਰ ਪ੍ਰਬੰਧ ਕਹਿ ਰਿਹਾ, ਸਿਸਟਮ ਕਹਿ ਰਿਹਾ ਵੀ ਇਹ ਪ੍ਰਵਾਨ ਨਹੀਂ। ਤੁਸੀਂ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਬੋਲ ਕੇ ਦੱਸੋ ਕੀ ਇਹ ਪ੍ਰਵਾਨ ਹੋ ਗਏ ਆ? ਦੇਖ ਕੋਲ ਪਈ ਸੀ, ਅਰਦਾਸ ਕਰਕੇ ਮੱਥਾ ਟੇਕਿਆ ਤੇ ਗਿਆਨੀ ਗੁਰਬਚਨ ਸਿੰਘ ਜਿਹੜੇ ਤਾਬਿਆ ਬੈਠੇ ਸਨ, ਉਹਨਾਂ ਹੁਕਮਨਾਮਾ ਲਿਆ। ਚੁੱਪ ਛਾ ਗਏ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿਣਗੇ। ਹੁਕਮਨਾਮਾ ਆਇਆ, ਸੋਠ ਮਹੱਲਾ ਤੀਜਾ, ਦੁਤੁਕੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਿਲਾਏ, ਗੁਣ ਖੀਣ ਖਮ ਅਪਰਾਧੀ ਪੂਰੇ ਸਤਿਗੁਰ ਲਈ ਰਲਾਏ। ਜਦੋਂ ਇਹ ਗੁਰੂ ਅਮਰਦਾਸ ਦਾ ਹੁਕਮਨਾਮਾ ਆਇਆ ਨਾ ਕਿ ਗੁਣ ਖੀਣ ਹਮ ਅਪਰਾਧੀ ਪੂਰਾ ਸਤਿਗੁਰ ਲਈ ਰਲਾਏ, ਪਿਆਰੇ ਉਸੇ ਵਕਤ ਅੱਖਾਂ ਵਿੱਚੋਂ ਜਿੰਨੀ ਸੰਗਤ ਸੀ ਤ੍ਰਿਪ ਤ੍ਰਿਪ ਕਰਕੇ ਨੀਰ ਵਗਿਆ। ਆਵਾਜ਼ ਆਈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਨਾਂ ਨੂੰ ਸਵੀਕਾਰ ਕਰ ਲਿਆ ਹੈ। ਉਸ ਦਿਨ ਹਰਮੰਦਰ ਸਾਹਿਬ ਦੀ ਸੇਵਾ, ਚਲੋ ਇਤਿਹਾਸਕਾਰ ਤੇ ਕਬਜ਼ਾ ਹੀ ਕਹਿੰਦੇ ਆ ਨਾ ਵੀ ਸਿੱਖਾਂ ਨੇ ਕਬਜ਼ਾ ਕੀਤਾ। ਮੈਂ ਕਈ ਵਾਰੀ ਕਹਿਣਾ ਕਬਜ਼ਾ ਲਫ਼ਜ਼ ਨਹੀਂ ਸ਼ੋਭਦਾ, ਬਹੁਤ ਚੰਗੀ ਗੱਲ ਹੈ ਕਿ ਜੇ ਸੇਵਾ ਲਫ਼ਜ਼ ਵਰਤਿਆ ਜਾਏ ਤਾਂ। ਚਲੋ ਇਹ ਨਹੀਂ ਕੋਈ ਜ਼ਰੂਰੀ ਕਿ ਮੇਰੇ ਕਹਿਣ ਤੇ ਲਫ਼ਜ਼ ਬਦਲ ਦਿਓ, ਪਰ ਉਸ ਵਕਤ ਪੰਥ ਦੇ ਖੱਤ ਵਿੱਚ, ਗੁਰਮਤੀਆਂ ਦੇ ਖੱਤ ਵਿੱਚ ਹਰਮੰਦਰ ਸਾਹਿਬ ਦੀ ਸੇਵਾ ਆਈ। ਇਹ ਤੋਂ ਬਾਅਦ ਜਦੋਂ ਇੱਥੇ ਦੇਗ ਪ੍ਰਵਾਨ ਹੋ ਗਈ, ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ, ਤੇ ਮੈਂ ਫਿਰ ਰਿਪੀਟ ਕਰ ਲਗਾ, ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ, ਬਾਬਾ ਅਟਲ ਜੀ ਤੇ ਤਰਨ ਤਾਰਨ ਦਾ ਪ੍ਰਬੰਧ ਇੱਕੋ ਸਰਬਰਾਹ ਦੇ ਅਧੀਨ ਸੀ। ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਏ ਜੀ, ਪੁਜਾਰੀ ਤਖਤ ਖੱਲਾ ਛੱਡ ਕੇ ਚਲੇ ਗਏ। ਹੈਰਾਨ ਹੋਵੋਗੇ, ਤਖਤ ਸੁੰਝਾਂ ਛੱਡ ਕੇ ਚਲੇ ਗਏ। ਉੱਥੇ ਫਿਰ ਜਥਾ ਬਣਾਇਆ ਗਿਆ ਤੇ ਸਰਦਾਰ ਤੇਜਾ ਸਿੰਘ ਜੀ ਪੁੱਚਰ ਉਸ ਜਥੇ ਦੇ ਜਥੇਦਾਰ ਬਣਾਏ ਗਏ। ਇਉਂ ਸ਼ਬਦ ਵਰਤਾਂ ਵੀ ਅਕਾਲ ਤਖਤ ਸਾਹਿਬ ਦੇ ਪੁਜਾਰੀਆਂ ਤੋਂ ਬਾਅਦ ਜਿਹੜੇ ਜਥੇਦਾਰ ਬਣੇ ਉਹ ਸਨਮਾਨਯੋਗ ਸਰਦਾਰ ਤੇਜਾ ਸਿੰਘ ਜੀ ਪੁੱਚਰ ਬਣੇ। ਹੁਣ ਇਸ ਤੋਂ ਅਗਲੀ ਬੇਨਤੀ, ਹਰਮੰਦਰ ਸਾਹਿਬ ਦੇ ਅੰਦਰ ਕੀ ਹੁੰਦਾ ਸੀ? ਤੁਸੀਂ ਹੈਰਾਨ ਹੋਵੋਗੇ, ਇਸ ਪ੍ਰਕਰਮਾਂ ਦੇ ਵਿੱਚ ਮੂਰਤੀਆਂ, ਇੱਥੇ ਮਤਲਬ ਇੰਨਾ ਕੁ ਘੋਰ ਪਾਪ ਹੁੰਦਾ ਸੀ ਕੋਈ ਬਿਆਨ ਨਹੀਂ ਕਰ ਸਕਦਾ, ਪਰ ਸਤਿਗੁਰਾਂ ਦੀ ਕਿਰਪਾ ਨਾਲ ਇਹ ਸੇਵਾ ਮਿਲ ਗਈ। ਹੁਣ ਮੈਂ ਆਪ ਜੀ ਦਾ ਦੂਸਰੇ ਪਾਸੇ ਧਿਆਨ ਦਿਵਾਉਣਾ ਚਾਹਨਾ। ਇਦੋਂ ਪਹਿਲਾਂ ਝਗੜੇ ਹੋਏ, ਮੁਕੱਦਮੇ ਹੋਏ, ਬੋਲ ਬੁਲਾਰਾ ਹੋਇਆ, ਤੂੰ ਮੈਂ ਪੁਜਾਰੀਆਂ ਵਿੱਚ ਹੋਈ, ਪਰ ਕਿਸੇ ਸਿੱਖ ਨੂੰ ਮਾਰਿਆ ਨਹੀਂ ਗਿਆ, ਜਾਨੀ ਨੁਕਸਾਨ ਨਹੀਂ ਸੀ ਹੋਇਆ।
ਉਸ ਤੋਂ ਬਾਅਦ ਕੀ ਹੋਇਆ, ਜਦੋਂ ਇਹ ਸੇਵਾ ਮਿਲ ਗਈ ਤੇ ਜਿਹੜਾ ਸਨ 1921 ਆਇਆ ਸਾਲ, ਸੱਚ ਇਹ ਵੇ ਕਿ ਭਰਿਆ ਪਿਆ ਹੈ ਸਿੱਖ ਗੁਰਦੁਆਰਿਆਂ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਨਾਲ। ਇਹ ਸਾਲ ਸਿੱਖ ਸ਼ਹੀਦਾਂ ਨੇ, ਜਾਂ ਸ਼ਬਦ ਵਰਤਾਂ ਸਿੱਖਾਂ ਨੇ ਸ਼ਹੀਦ ਹੋ ਕੇ, ਤੇ ਜਿਨ੍ਹਾਂ ਨੂੰ ਤੁਸੀਂ ਰੋਜ਼ ਚੇਤੇ ਕਰਦੇ ਹੋ ਕਿ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਹੜਾ ਤਰਨ ਤਾਰਨ ਸਾਹਿਬ ਹੈ, ਸਤਿਗੁਰਾਂ ਦਾ ਸਥਾਨ, ਗੁਰੂ ਪੰਚਮ ਪਾਤਸ਼ਾਹ ਦਾ, ਇੱਥੇ ਕੀ ਘਟਨਾ ਵਾਪਰੀ, ਜੋ ਸਾਨੂੰ ਸਮੱਗਰੀ ਮਿਲੀ ਉਸ ਅਨੁਸਾਰ ਯਾਦ ਰੱਖਿਓ। ਜਿਸ ਨੂੰ ਤਰਨ ਤਾਰਨ ਸਾਹਿਬ ਕਹਿੰਦੇ ਆ, ਜਗਤ ਤੋਂ ਤਾਰਨ ਦੀ ਸਮਰੱਥਾ ਰੱਖਦਾ, ਤਰਨ ਤਾਰਨ ਹੈ। ਮੈਂ ਲਫ਼ਜ਼ ਜਿਹੜੇ ਕਹਾਂਗਾ, ਇਸ ਸਰੋਵਰ ਵਿੱਚ ਇਸ਼ਨਾਨ ਕੀਤਿਆਂ ਕੋੜੀਆਂ ਦੇ ਕੋੜ ਕੱਟੇ ਗਏ, ਤੇ ਮਨ ਦੇ ਕੋੜੇ ਬੰਦੇ ਇਸ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਕੇ ਪੀਂਦੇ ਹੁੰਦੇ ਸੀ। ਕਿ ਜਿਹੜੇ, ਕਿਉਂਕਿ ਅਸੀਂ ਜਿੰਨੀ ਦੇਰ ਤੱਕ ਇਹ ਪੱਖ ਨਹੀਂ ਦੱਸਾਂਗੇ, ਇਹੀ ਕਹਿਣਗੇ ਜੀ ਕਾਲੀ ਗਏ। ਜਿਵੇਂ ਉਸ ਵਕਤ ਦੇ ਜਿਹੜੀ ਮੀਡੀਆ ਸੀ, ਖਾਸ ਕਰਕੇ ਆਰੀਆ ਸਮਾਜ ਮੀਡੀਆ, ਉਹਨਾਂ ਨੇ ਥੋੜਾ ਕਿਹਾ ਵੀ ਸਿੱਖ ਸ਼ਹੀਦ ਹੋ ਗਏ, ਉਹਨਾਂ ਤੇ ਹੀ ਕਿਹਾ ਹਮਲਾਵਰ ਹੋ ਕੇ ਗਏ ਜੀ। ਅਸਲ 'ਚ ਕੀ ਹੈ, ਤਰਨ ਤਾਰਨ ਸਾਹਿਬ ਜੀ ਇਹਦੀ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਕੇ ਪੀਂਦੇ ਰਹੇ। ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਲਿਖਿਆ, ਜਦੋਂ ਧੀਆਂ ਭੈਣਾਂ ਪ੍ਰਕਰਮਾਂ 'ਚ ਜਾਂਦੀਆਂ ਸਨ ਤੇ ਪੁਜਾਰੀਆਂ ਦੇ ਮੁੰਡੇ, ਇਹਨਾਂ ਦੇ ਗੁੰਡੇ ਸ਼ਬਦ ਵਰਤਾਂ ਮੁੰਡੇ ਕੀ, ਲੰਘਦੀਆਂ ਧੀਆਂ ਭੈਣਾਂ ਨੂੰ ਗੰਨੇ ਦੀਆਂ ਗਲੇਰੀਆਂ ਚੂਬ ਕੇ ਮਾਰਦੇ ਹੁੰਦੇ ਸਨ। ਜਿਵੇਂ ਮੰਨ ਲਓ ਬੀਬੀਆਂ ਤੁਰੀਆਂ ਜਾ ਰਹੀਆਂ, ਗੰਨਿਆਂ ਦੀਆਂ ਗਲੇਰੀਆਂ ਮਾਰਨੀਆਂ, ਛੋਟੇ ਛੋਟੇ ਪੱਥਰ ਦੇ ਟੁਕੜੇ ਗੀਟੇ ਇਕੱਠੇ ਕਰਕੇ ਮਾਰਨੇ। ਭਾਈ ਮੋਹਨ ਸਿੰਘ ਜੀ ਵੈਦ, ਉਹਨਾਂ ਦੇ ਜੀਵਨ ਵਿੱਚ ਮੈਂ ਪੜ੍ਹਿਆ ਕਿ ਜਦੋਂ ਪੁਜਾਰੀਆਂ ਨੂੰ ਜਾ ਕੇ ਸਮਝਾਣਾ ਵੀ ਤੁਸੀਂ ਇਹ ਕੰਮ ਨਾ ਕਰੋ, ਆਪਣੇ ਮੁੰਡਿਆਂ ਨੂੰ ਰੋਕੋ, ਬਜ਼ੁਰਗਾਂ ਉਹਨਾਂ ਨੂੰ ਕਹਿਣਾ ਜਾ ਕੇ ਵੀ ਇਹ ਧੀਆਂ ਭੈਣਾਂ ਲੰਘਦੀਆਂ ਨੇ, ਇਹ ਮਜ਼ਾਕ ਕਰਦੇ ਨੇ, ਗੰਨੇ ਦੀਆਂ ਗਲੇਰੀਆਂ ਮਾਰਦੇ ਨੇ, ਇਹ ਤੇ ਸ਼ਰਾਬ, ਇੱਥੋਂ ਤੱਕ ਕਿ ਉੱਥੇ ਗਿੱਧਾ ਵੀ ਪੈਂਦਾ ਹੁੰਦਾ ਸੀ। ਤਰਨ ਤਾਰਨ ਸਾਹਿਬ ਦੀ ਡਿਊਟੀ ਦੇ ਅੱਗੇ ਨਾਚ ਕਰਾਏ ਗਏ। ਜਦੋਂ ਇਹ ਕਿਹਾ ਗਿਆ ਵੀ ਤੁਸੀਂ ਪੁਜਾਰੀਆਂ ਨੂੰ, ਆਪਣੇ ਮੁੰਡਿਆਂ ਨੂੰ ਰੋਕੋ, ਇਤਿਹਾਸ ਕਹਿੰਦਾ ਉਹ ਪਤਾ ਕੀ ਬੋਲੇ ਮੁੰਡੇ ਉਹਨਾਂ ਦੇ, ਕਹਿਣ ਲੱਗੇ ਜਿਵੇਂ ਤੁਹਾਡੀਆਂ ਬਾਜ਼ਾਰ ਵਿੱਚ ਦੁਕਾਨਾਂ ਨੇ, ਇਸੇ ਤਰ੍ਹਾਂ ਤਰਨ ਤਾਰਨ ਗੁਰਦੁਆਰਾ ਸਾਡੀ ਦੁਕਾਨ ਹੈ। ਜਿਹਨੂੰ ਧੀ ਭੈਣ ਦੀ ਇੱਜ਼ਤ ਚੰਗੀ ਲੱਗਦੀ ਏ ਉਹ ਨਾ ਗੁਰਦੁਆਰੇ ਭੇਜਿਆ ਕਰੋ। ਤੁਸੀਂ ਦੇਖੋ ਇਹ ਸ਼ਬਦਾਵਲੀ ਜਿਹੜੀ ਪੜ੍ਹਨੇ ਖੂਨ ਖੋਲਦਾ। ਕਹਿੰਦਾ ਸਾਡੀ ਦੁਕਾਨ ਹੈ। ਇੱਥੇ ਜੀ ਮੱਸਿਆ ਦੇ ਮੇਲੇ ਤੇ ਇੱਕ ਸਰਦਾਰ ਜੀ ਹੋਇਆ ਸਿੰਘ ਸਭਾ ਦੇ ਮੋਢੀ ਸਰਦਾਰ ਸੰਤ ਸਿੰਘ, ਉਹਨਾਂ ਨੇ ਪ੍ਰਚਾਰ ਕਰਕੇ ਇਹ ਕਿਹਾ ਸੰਗਤ ਵਿੱਚ ਵੀ ਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ, 5 ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ, ਨਿਤਨੇਮੀ ਹੋਣਾ ਜ਼ਰੂਰੀ ਹੈ। ਤੇ ਇਹ ਵੀ ਮੈਂ ਆਪ ਨੂੰ ਬੇਨਤੀ ਕਰਾਂ, ਜਿਸ ਦਿਨ ਸ਼੍ਰੋਮਣੀ ਕਮੇਟੀ ਦਾ ਪ੍ਰਾਰੰਭ ਹੋਇਆ, ਇਹ 4-5 ਗੱਲਾਂ ਵਿੱਚਾਂ ਬਕਾਇਦਾ ਲਿਖੀਆਂ ਗਈਆਂ ਕਿ ਕਮੇਟੀ ਮੈਂਬਰ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ, 5 ਕਕਾਰਾਂ ਦਾ ਧਾਰਨੀ ਹੋਣਾ ਜ਼ਰੂਰੀ, ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ, ਕਮੇਟੀ ਮੈਂਬਰ ਦਾ ਨਿਤਨੇਮੀ ਹੋਣਾ ਬਹੁਤ ਜ਼ਰੂਰੀ, ਤੇ ਨਾਲ ਸ਼ਬਦ ਵਰਤਿਆ ਸੀ ਆਪਣੀ ਕਿਰਤ ਕਰਕੇ ਦਸਵੰਧ ਦੇਣ ਵਾਲਾ ਕਮੇਟੀ ਮੈਂਬਰ ਹੋਵੇ। ਬਸ ਇਹ ਗੱਲ ਯਾਦ ਰੱਖਿਓ, ਮੈਂ ਜ਼ਿਆਦਾ ਨਹੀਂ ਕਹਿਣਾ। ਉਸ ਵੇਲੇ ਦੇ ਜਿਹੜੀਆਂ ਗੱਲਾਂ ਸਨ ਤੇ ਅੱਜ ਦੇ ਪਰਿਪੇਖ ਵਿੱਚ ਜ਼ਰੂਰ ਚੇਤੇ ਰੱਖਿਓ। ਪੁਜਾਰੀਆਂ ਦੀ ਥਾਂ ਅਸੀਂ ਕਥਾ ਕੀਰਤਨ ਕਰਨ ਵਾਲੇ ਤੇ ਮੈਂਬਰ ਜਿਹੜੇ ਕਮੇਟੀ ਨੇ ਉਹ ਜ਼ਰੂਰ ਜ਼ੇਨ ਝਾਤੀ ਮਾਰਨ। ਮੈਂ ਸਭ ਨੂੰ ਕਹਿੰਦਾ, ਅੰਮ੍ਰਿਤਾ ਨਹੀਂ ਹੋਣਾ, ਅੰਮ੍ਰਿਤ ਵੇਲੇ ਉੱਠਣਾ, ਦਸਵੰਧ ਕੱਢਣਾ, ਨਿਤਨੇਮੀ ਹੋਣਾ, ਇਹ 5-4 ਗੱਲਾਂ ਉੱਥੇ ਲਿਖੀਆਂ ਗਈਆਂ। ਮੈਂ ਆਪ ਨੂੰ ਬੇਨਤੀ ਕਰ ਲੱਗਾ, ਉੱਥੇ ਭਾਈ ਸੰਤ ਸਿੰਘ ਜੀ ਨੇ ਕਹਿ ਦਿੱਤਾ ਵੀ ਅੰਮ੍ਰਿਤ ਛਕਣਾ ਚਾਹੀਦਾ। ਹੋਇਆ ਕੀ ਜੀ, ਉਹ ਤਾਂ ਵਿਖਿਆਨ ਕਰਕੇ ਚਲੇ ਗਏ। ਉਹਨਾਂ ਦਾ ਬੇਟੀ ਤੇ ਬੇਟਾ ਸ਼ਾਮ ਨੂੰ ਤਰਨ ਤਾਰਨ ਸਾਹਿਬ ਦੇ ਮੱਥਾ ਟੇਕਣ ਆਏ, ਪਰਿਕਰਮਾ ਜਾ ਰਹੇ ਸਨ, ਤੇ ਪੁਜਾਰੀਆਂ ਦੇ ਬੰਦਿਆਂ ਨੇ ਕਿਹਾ ਉਹ ਇਹ ਸੰਤ ਸਿੰਘ ਦੀ ਕੁੜੀ ਜਾਂਦੀ, ਲਫ਼ਜ਼ ਵਰਤੇ। ਉਸ ਮੁੰਡੇ ਨੂੰ, ਉਹਦੇ ਬੇਟੇ ਨੂੰ ਪੱਥਰ ਬੰਨ ਕੇ ਸੱਟਿਆ ਗਿਆ ਸਰੋਵਰ 'ਚ। ਉਸ ਬੱਚੀ ਨੂੰ ਅੰਦਰ ਧੂ ਕੇ ਲੈ ਗਏ, ਉਹਨੂੰ ਕਬੂਲ ਬੋਲੇ ਜਾਂ ਕਿ ਵੀ ਬੇਪਤ ਕੀਤਾ। ਇੱਕ ਹਿੰਦੂ ਲੜਕੀ ਲੰਘੀ, ਉਹਨਾਂ ਵੀ ਅਪਮਾਨ ਕੀਤਾ। ਇੱਥੇ ਸ਼੍ਰੀ ਅਕਾਲ ਤਖਤ ਸਾਹਿਬ, ਮੈਂ ਤੁਹਾਨੂੰ ਅਰਜ਼ ਕੀਤੀ ਵੀ ਸਿੱਖ ਪੰਥ ਦੇ ਸੇਵਾ 'ਚ ਆ ਚੁੱਕਾ ਸੀ, ਇੱਥੇ ਸੇਵਾ ਮਿਲ ਚੁੱਕੀ ਸੀ।
ਇੱਥੇ ਆਗੂ ਸਾਰੇ ਬੈਠੇ ਸਨ। ਉਹ ਬੀਬੀ ਸੰਤ ਸਿੰਘ ਦੇ ਘਰੋਂ ਜਿਹਦੇ ਪੁੱਤਰ ਨੂੰ ਸਰੋਵਰ ਸੱਟਿਆ, ਜਿਹਦੀ ਬੱਚੀ ਨੂੰ ਬੇਪਤ ਕੀਤਾ, ਉਹ ਫਿਰ ਅਕਾਲ ਤਖਤ ਸਾਹਿਬ ਦੇ ਥੱਲੇ ਆ ਕੇ ਉੱਚੀ ਸਾਰੀ ਬੋਲੀ। ਉਹਨੇ ਆਗੂਆਂ ਨੂੰ ਕਿਹਾ, ਕਿੱਥੇ ਬੈਠੇ ਹੋ ਤੁਸੀਂ? ਤਾਂ ਲੰਘਦੇ ਹੋਏ ਜ਼ਾਲਮ ਜਦੋਂ ਧੀਆਂ ਬੇਟੀਆਂ ਬੰਨ ਕੇ ਲਿਜਾਂਦੇ ਸਨ, ਤੁਸੀਂ ਮਰ ਕੇ ਚੜਾਉਂਦੇ ਰਹੇ। ਅੱਜ ਕਿੱਥੇ ਮਰ ਗਏ ਹੋ? ਤਰਨ ਤਾਰਨ ਵਿੱਚ ਆ ਕੁਝ ਮੇਰੇ ਪਰਿਵਾਰ ਨਾਲ ਹੋਇਆ ਹੈ। ਇੱਥੋਂ ਫਿਰ ਸਿੱਖ ਜਾਂਦੇ ਆ ਤਰਨ ਤਾਰਨ ਸਾਹਿਬ। ਮੈਂ ਤਾਂ ਬੇਨਤੀ ਕੀਤੀ, ਸਿੱਖ ਗੁਰਦੁਆਰਾ ਮੂਵਮੈਂਟ ਦੇ, ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਜਿਹੜੇ 2 ਸਿੱਖ ਸ਼ਹੀਦ ਨੇ ਉਹ ਤਰਨ ਤਾਰਨ ਸਾਹਿਬ ਹੋਏ ਆ। ਇਹ ਨਨਕਾਣੇ ਸਾਹਿਬ ਦੇ ਸਾਕੇ ਤੋਂ ਪਹਿਲਾਂ ਦੀ ਗੱਲ ਹੈ। ਇਹ ਜਨਵਰੀ ਦੀ ਹੈ, ਉਹ ਫਰਵਰੀ ਚ ਹੁੰਦਾ। ਇੱਥੇ ਫਿਰ ਜਦੋਂ ਆਗੂ ਜਾਂਦੇ ਆ, ਜਾ ਕੇ ਉੱਥੇ ਬੈਠ ਜਾਂਦੇ ਆ। ਸਰਦਾਰ ਤੇਜਾ ਸਿੰਘ ਹੁਣੀ, ਝੱਬਰ ਜੀ ਹੁਣੀ, ਜਿੰਨੇ ਵੀ ਉਸ ਵਕਤ ਆਗੂ ਨੇ, ਮਹੰਤ ਪੁੱਛਦੇ ਆ ਕਿਵੇਂ? ਕਹਿਣ ਲੱਗੇ ਸੀ ਕੀਰਤਨ ਸੁਣਨ ਆਏ ਆ ਤੇ ਤੁਹਾਡੀਆਂ ਹਰਕਤਾਂ ਤੋਂ ਜਾਣੂ ਕਰਾਉਣ ਆਇਆ ਵੀ ਇਹ ਕੰਮ ਨਾ ਕਰੋ, ਇਹੋ ਜਿਹਾ ਸੀ ਵੀ ਆਪਾਂ ਜਾ ਕੇ ਸੇਵਾ ਸੰਭਾਲ ਲੈਣੀ। ਸਾਰਾ ਦਿਨ ਗੱਲਬਾਤ ਚੱਲਦੀ ਰਹੀ। ਭਾਈ ਮੋਹਨ ਸਿੰਘ ਜੀ ਵੈਦ ਉਹ ਵੀ ਸ਼ਾਮਲ ਸਨ। ਪੁਜਾਰੀ ਜਿਹੜੇ ਸਨ ਬੜੇ ਚਲਾਕ ਸਨ, ਇੱਧਰ ਗੱਲਬਾਤ ਕਰੀ ਜਾਣ, ਉਧਰ ਤਿਆਰੀ ਕਰੀ ਜਾਣ, ਇਹਨਾਂ ਨੂੰ ਵੀ ਇਹਨਾਂ ਤੇ ਹਮਲਾ ਕਰਾਂਗੇ। ਸ਼ਾਮ ਨੂੰ ਮੁੱਕਦੀ ਗੱਲ ਕੀ ਵੀ ਇਹਨਾਂ ਕਹਿ ਦਿੱਤਾ ਜੀ ਚਲੋ ਸਮਝੌਤਾ ਕਰਨੇ ਆ। ਭਾਈ ਮੋਹਨ ਸਿੰਘ ਜੀ ਨੂੰ ਕਿਹਾ ਗਿਆ ਤੁਸੀਂ ਕਾਗਜ਼ ਤਿਆਰ ਕਰਾ ਲਓ, ਤੇ ਨਾਲ ਹੱਸ ਕੇ ਪੁਜਾਰੀ ਕਹਿੰਦੇ ਨੇ ਇਹ ਸਾਜ਼ਿਸ਼ ਨਹੀਂ, ਸੱਚੀ ਮੁੱਚੀ ਸਮਝੌਤਾ ਕਰਾਂਗੇ। ਮੈਂ ਬੜਾ ਸੰਖੇਪ ਜਿਹਾ ਵਿੱਚੋਂ ਇਤਿਹਾਸ ਲੈ ਰਿਹਾ। ਭਾਈ ਮੋਹਨ ਸਿੰਘ ਜੀ ਕਾਗਜ਼ ਲੈ ਕੇ ਚਲੇ ਗਏ। ਉਹਨਾਂ ਨੇ ਬਾਹਰ ਇੰਸਪੈਕਟਰ ਖਲੋਤਾ, ਉਹਦੇ ਨਾਲ ਵੀ ਗੱਲ ਕੀਤੀ। ਉਹ ਉਧਰ ਸਨ। ਇੱਥੇ ਇੱਕ ਪੁਜਾਰੀ ਸੀ ਹਰਦਿੱਤ ਸਿੰਘ, ਦੀਵਾਨ ਲੱਗਾ ਹੋਇਆ ਸੀ, ਲੈਕਚਰ ਹੋ ਰਿਹਾ ਸੀ। ਇਹਦੇ ਘਰ ਦੇ ਵਿੱਚੋਂ ਫਿਰ ਹੱਥ ਗੋਲੇ ਸੱਟੇ ਗਏ, ਜਿਹਨੂੰ ਹੱਥ ਬੰਬ ਕਹਿੰਦੇ। ਹੱਥ ਗੋਲੇ ਸੱਟੇ ਗਏ। ਸਿੱਖ ਜਿਹੜੇ ਨੇ ਉਹ ਕੁਝ ਜ਼ਖਮੀ ਹੋਏ। ਇਹਨਾਂ ਦੇ ਬੰਦੇ ਸ਼ਰਾਬ ਵਿੱਚ ਤੁੱਤ ਹੋਏ, ਪੁਜਾਰੀਆਂ ਦੇ ਬੰਦੇ ਗੁੰਡੇ, ਉਹਨਾਂ ਨੇ ਤਰਨ ਤਾਰਨ ਦਰਬਾਰ ਸਾਹਿਬ ਅੰਦਰ ਬੈਠੇ ਸਿੱਖਾਂ ਤੇ ਹਮਲਾ ਕਰ ਦਿੱਤਾ। ਭਾਈ ਖਜਾਰਾ ਸਿੰਘ ਮੱਥਾ ਟੇਕਦਾ ਪਿਆ ਸੀ, ਅਲਾਦੀਨਪੁਰ ਵਾਲੇ, ਜਿਨ੍ਹਾਂ ਦਾ ਦਿਨ ਪਿਛਲੇ ਦਿਨ ਮੇਰਾ ਕਿਹਾ ਕਮੇਟੀ ਨੇ ਮਨਾਇਆ ਹੈ। ਉਹ ਮੱਥਾ ਟੇਕ ਰਿਹਾ। ਉਸ ਦੇ ਮੱਥੇ ਟੇਕਦੇ ਹੋਏ ਉਹਦੇ ਪੇਟ ਵਿੱਚ, ਉਹਦੇ ਛਾਤੀ ਵਿੱਚ ਛਵੀਆਂ ਮਾਰੀਆਂ ਗਈਆਂ, ਗੰਡਾਸੇ ਮਾਰੇ ਗਏ। ਜਦੋਂ ਰੌਲਾ ਪੈ ਗਿਆ, ਬੱਤੀ ਬੰਦ ਕਰ ਦਿੱਤੀ ਗਈ, ਬੁੱਝ ਗਿਆ, ਹਨੇਰਾ ਹੋ ਗਿਆ। ਜਦੋਂ ਦੁਬਾਰਾ ਆ ਕੇ ਦੇਖਿਆ ਤੇ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਸਾਰਾ ਲਹੂ ਨਾਲ ਭਰਿਆ ਹੋਇਆ ਸੀ, ਖੂਨ ਨਾਲ ਭਰਿਆ ਹੋਇਆ ਸੀ। ਉੱਥੇ ਫਿਰ ਜੀ ਪੁਜਾਰੀਆਂ ਨੇ ਸੱਟਾਂ ਮਾਰੀਆਂ, ਚਲਾ ਕੇ ਨੇ ਸਨ, ਚਲੇ ਗਏ। ਆਪਣੇ ਕੁਝ ਬੰਦਿਆਂ ਨੂੰ ਸੱਟਾਂ ਮਰਵਾ ਕੇ ਇਹਨਾਂ ਸੁਧਾਰਵਾਦੀ ਜਿਹੜੇ ਅਕਾਲੀ ਸਨ, ਇਹਨਾਂ ਦੇ ਬਰਾਬਰ ਆਪਣੇ ਪਰਚੇ ਇਹਨਾਂ ਦੇ ਵੀ ਕਰਵਾ ਦਿੱਤੇ। ਖੈਰ ਮੈਂ ਬੇਨਤੀ ਕਰਾਂ, ਭਾਈ ਹਜ਼ਾਰਾ ਸਿੰਘ ਦੀਨਪੁਰ ਵਾਲੇ, ਉਹਨਾਂ ਨੂੰ ਇੰਨੀਆਂ ਸੱਟਾਂ ਲੱਗੀਆਂ ਕਿ ਉਹ ਦੂਸਰੇ ਦਿਨ ਸ਼ਹੀਦ ਹੋ ਜਾਂਦੇ ਆ। ਇੱਕ ਸਿੱਖ ਸੀ ਭਾਈ ਹੁਕਮ ਸਿੰਘ ਕੋਟ ਵਸਾਊ, ਕੋਈ ਵਜ਼ਾਊ ਕੋਟ ਕਹਿੰਦੇ ਆ, ਗੁਰਦਾਸਪੁਰ ਜ਼ਿਲ੍ਹੇ ਤੋਂ। ਭਾਈ ਹਜ਼ਾਰਾ ਸਿੰਘ ਦੀਨਪੁਰ ਵਾਲੇ ਤੇ ਭਾਈ ਹੁਕਮ ਸਿੰਘ ਕੋਈ ਦਿਨ ਬਾਅਦ ਸ਼ਹੀਦ ਹੁੰਦਾ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ 2 ਸ਼ਹੀਦ ਨੇ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ। ਮੈਂ ਇੱਥੇ ਤਾਂ ਆਪ ਜੀ ਕਹੋਗੀ ਵੀ ਇਹ ਕਿਉਂ ਆਪਾਂ ਆ ਗਏ, ਆਪਾਂ ਤਾਂ ਨਨਕਾਣਾ ਸਾਹਿਬ ਦੇ ਸਾਕੇ ਦੀ ਗੱਲ ਕਰਨੀ। ਇਹਦਾ ਕਾਰਨ ਹੈ, ਭਾਈ ਲక్ష్మణ ਸਿੰਘ ਇੱਥੇ ਕੀਰਤਨੀ ਜਥਾ ਲੈ ਕੇ ਆਇਆ ਬੀਬੀਆਂ ਦਾ, ਤੇ ਪੁਜਾਰੀਆਂ ਨੇ ਉਹਦਾ ਅਪਮਾਨ ਕੀਤਾ ਸੀ। ਜਿਹੜੇ ਨਨਕਾਣਾ ਸਾਹਿਬ ਸ਼ਹੀਦ ਹੋਏ ਆ, ਪੁਜਾਰੀਆਂ ਨੇ ਉਹਨੂੰ ਅਪਮਾਨਿਤ ਕੀਤਾ, ਇੱਥੋਂ ਚਲੇ ਗਏ। ਅੱਜ ਭਾਈ ਹਜ਼ਾਰਾ ਸਿੰਘ ਜਦੋਂ ਸ਼ਹੀਦ ਹੋ ਗਏ, ਇਹਨਾਂ ਦਾ ਸ਼ਰੀਰ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ, ਜਦੋਂ ਇਹਨਾਂ ਦੀ ਬੋਡੀ, ਇਹਨਾਂ ਦੀ ਸ਼ਰੀਰ ਆਇਆ, ਸਭ ਤੋਂ ਵੱਡਾ ਇਕੱਠ ਸੀ ਉਸ ਵਕਤ ਇਸ ਸ਼ਹੀਦ ਦੇ ਸ਼ਰੀਰ ਨੂੰ ਦੇਖਣ ਵਾਲਿਆਂ ਦਾ, ਕਿਉਂਕਿ ਪਹਿਲਾ ਸ਼ਹੀਦ ਸੀ ਗੁਰਦੁਆਰਾ ਮੂਵਮੈਂਟ ਦਾ। ਦੂਸਰੇ ਭਾਈ ਹੁਕਮ ਸਿੰਘ ਨੇ ਜਦੋਂ ਸ਼ਰੀਰ ਦੇਖਿਆ, ਕਹਿੰਦੇ ਨੇ ਇਹਨਾਂ ਦਾ ਤਨ ਚਿੱਟੇ ਬਸਤਰ ਨਾਲ ਢੱਕਿਆ ਸੀ, ਤੇ ਇਹਨਾਂ ਦੀ ਮਾਂ ਕੋਲ ਆਈ। ਸ਼ਬਦ ਸੁਣਨ ਵਾਲੇ ਨੇ ਜੋ ਉਹਨਾਂ ਲਿਖੇ ਨੇ, ਕਹਿੰਦੇ ਉਹਨੇ ਆ ਕੇ ਹਜ਼ਾਰਾ ਸਿੰਘ ਦੇ ਚਿਹਰੇ ਤੋਂ ਉਹ ਚਾਦਰ ਹਟਾਈ, ਉਹਦਾ ਮੱਥਾ ਚੁੰਮ ਕੇ ਕਹਿੰਦੀ, ਵੇ ਮੇਰੇ ਪੁੱਤਰਾ, ਤੂੰ ਮੇਰੇ ਦੁੱਧ ਨੂੰ ਸਫਲ ਕਰ ਦਿੱਤਾ ਹੈ, ਤੇਰਾ ਡੁੱਲਿਆ ਹੋਇਆ ਖੂਨ ਗੁਰਦੁਆਰੇ ਜ਼ਰੂਰ ਆਜ਼ਾਦ ਕਰਾਏਗਾ। ਇਹ ਸ਼ਬਦ ਉਸ ਮਾਤਾ ਨੇ ਕਹੇ। ਭਾਈ ਹਜ਼ਾਰਾ ਸਿੰਘ ਦਾ ਸੰਸਕਾਰ ਹੋਇਆ। ਜਿਸ ਵਕਤ ਇਹ ਦੁਬਾਰਾ ਸੰਗਤਾਂ ਨੂੰ ਮਿਲ ਗਈ ਸੇਵਾ, ਦੀਵਾਨ ਸਜਿਆ,
ਉਹਦੇ ਵਿੱਚ ਫਿਰ ਭਾਈ ਲక్ష్మణ ਸਿੰਘ ਧਾਰੋਵਾਲ ਆਏ। ਜਿਹੜੇ ਸ਼ਬਦ ਉਹਨਾਂ ਨੇ ਬੋਲੇ ਨੇ ਮੈਂ ਉਹ ਕਹਿ ਕੇ ਸਮਾਪਤੀ ਕਰਾਂਗਾ। ਮੈਂ ਕੱਲ ਨੂੰ ਅੱਗੇ ਡਿਟੇਲ ਨਾਲ ਚੱਲਾਂਗੇ। ਮੈਂ ਥੋੜੀ ਜਿਹੀ ਸ਼ੁਰੂਆਤ ਕਰ ਦਿੱਤੀ ਤੇ ਮੈਂ ਧੰਨਵਾਦ ਕਰਾਂਗਾ ਸਿੰਘ ਸਾਹਿਬਾਨ ਜੀ ਦਾ, ਵਿਗਿਆਨੀ ਜਗਤਾਰ ਸਿੰਘ ਜੀ ਦਾ, ਪੀਟੀਸੀ ਦਾ ਵੀ। ਉਹਨਾਂ ਕਿਹਾ ਵੀ ਤੁਸੀਂ ਸਾਰੀ ਵਿਚਾਰ ਖੋਲ। ਇਹ ਮੈਂ ਸਭ ਕੁਝ ਬੇਨਤੀਆਂ ਕਰਨੀਆਂ ਸਨ। ਮੇਰੀ ਇੱਛਾ ਸੀ ਮੈਂ ਪਾਕਿਸਤਾਨ ਜਾਵਾਂ ਤੇ ਜੰਡ ਦੇ ਥੱਲੇ ਬੈਠ ਕੇ ਕਥਾ ਕਰਾਂਗਾ, ਪਰ ਭਾਰਤ ਸਰਕਾਰ ਦਾ ਜ਼ੋਰ ਧੱਕਾ ਤੁਸੀਂ ਸਾਰੇ ਸੁਣ ਲਿਆ। ਉਸ ਦਿਨ ਜਿੱਦਣ ਦੀਵਾਨ ਸਜਿਆ ਫਿਰ ਭਾਈ ਲక్ష్మణ ਸਿੰਘ ਆਏ। ਇਹਨਾਂ ਨੇ ਤਰਨ ਤਾਰਨ ਸਾਹਿਬ ਤਕਰੀਰ ਕੀਤੀ, ਹੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੀ ਸ਼ਹਾਦਤ ਨਿਰੋਲ ਸਿੱਖੀ ਲਈ ਹੋਈ, ਤੇਰੀ ਸ਼ਹਾਦਤ ਗੁਰੂ ਗ੍ਰੰਥ ਲਈ ਹੋਈ, ਤੇਰੀ ਸ਼ਹਾਦਤ ਸਿੱਖੀ ਸਿਧਾਂਤ ਲਈ ਹੋਈ। ਮੈਂ ਆਇਆ ਸਾਂ ਕੁਝ ਦਿਨ ਪਹਿਲਾਂ, ਜਿਵੇਂ ਗੁਰੂ ਅਰਜਨ ਦੇਵ ਨੂੰ ਸੰਬੋਧਨ ਕਰ ਰਹੇ ਸਨ ਖਲੋ ਕੇ, ਮੈਂ ਆਇਆ ਸਾਂ ਕੁਝ ਦਿਨ ਪਹਿਲਾਂ ਇਸ ਦਰਬਾਰ ਸਾਹਿਬ ਅੰਦਰ, ਮੈਨੂੰ ਅਪਮਾਨਿਤ ਕੀਤਾ ਗਿਆ, ਕਬੋਲ ਬੋਲੇ ਗਏ। ਹੇ ਸਤਿਗੁਰੂ, ਭਾਈ ਖਜ਼ਾਰਾ ਸਿੰਘ ਦੇ ਡੁੱਲੇ ਹੋਏ ਖੂਨ ਨੇ ਤੇਰੇ ਇਸ ਘਰ ਨੂੰ ਵਿਭਚਾਰੀ ਬਦਕਾਰੀ ਪੁਜਾਰੀਆਂ ਤੋਂ ਮੁਕਤ ਕਰਾ ਦਿੱਤਾ ਹੈ। ਮੈਂ ਬੇਨਤੀ ਕਰਨ ਆਇਆ, ਅਗਲੀ ਸ਼ਹੀਦੀ ਨਨਕਾਣਾ ਸਾਹਿਬ ਦੀ ਮੈਨੂੰ ਬਖਸ਼ ਦੇ, ਮੈਂ ਨਰੈਣੂ ਤੋਂ ਆਜ਼ਾਦ ਕਰਾਉਣਾ ਚਾਹੁੰਦਾ। ਇੱਥੇ ਭਾਈ ਸਾਹਿਬ ਨੇ ਇੱਕ ਉਹ ਤਕਰੀਰ ਦੇ ਵਿੱਚ ਇੱਕ ਅਰਦਾਸ ਕੀਤੀ। ਮੈਂ ਬੇਨਤੀ ਕਰਾਂਗਾ, ਇਹ ਬਹੁਤ ਹੌਲਨਾਕ ਸਾਕਾ ਹੈ। ਮੈਂ ਇਸ ਤੋਂ ਅੱਗੇ ਕੱਲ ਨੂੰ ਬੇਨਤੀ ਕਰਾਂਗਾ, ਕਿਉਂਕਿ ਸ਼ਬਦ ਦੀ ਕਥਾ ਵੀ ਆਪਾਂ ਦੀ ਜ਼ਰੂਰੀ ਸੀ। ਤੇ ਮੈਂ ਫਿਰ ਤੁਹਾਨੂੰ ਰਿਪੀਟ ਕਰਾਂਗਾ, ਉਸ ਵਕਤ ਦੀ 20 ਫਰਵਰੀ ਨੂੰ ਸਾਕਾ ਵਾਪਰਿਆ। 21 ਫਰਵਰੀ ਨੂੰ ਕਮੇਟੀ ਨੂੰ ਕੁੰਜੀਆਂ ਮਿਲਦੀਆਂ ਨੇ, ਚਾਬੀਆਂ ਮਿਲਦੀਆਂ ਨੇ, ਡੀਸੀ ਆਉਂਦਾ ਹੈ। 22 ਫਰਵਰੀ ਨੂੰ ਗਵਰਨਰ ਆਉਂਦਾ ਹੈ ਤੇ 23 ਫਰਵਰੀ ਨੂੰ ਸੰਸਕਾਰ ਕੀਤਾ ਜਾਂਦਾ। ਅਜੇ ਕੱਲ ਤੱਕ ਇਹ ਸਾਕਾ ਚੱਲਣਾ। ਇਸ ਸਾਕੇ ਦੀਆਂ ਘਟਨਾਵਾਂ ਮੇਰੇ ਤੋਂ ਹੋਈਆਂ ਭੁੱਲਾਂ ਬਖਸ਼ ਦੇਣੀਆਂ। ਆਓ ਇਸ ਵਕਤ ਸਤਿਗੁਰੂ ਦੇ ਆਏ ਇਸ ਬਚਨ ਦੀ ਅਖੀਰਲੀ ਤੁਕ ਦਾ ਪਾਠ ਸਰਵਣ ਕਰੋ ਜੀ। ਸੇਵੀ ਸਾਹਿਬ ਆਪਣਾ, ਅਵਰ ਨ ਜਾਚੋਂ ਕੋਏ, ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟਹੁ, ਬਿੰਦ ਬਿੰਦ ਚੁਖ ਚੁਖ ਹੋਏ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।